ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਦੂਰੋਂ ਨੇੜਿਓਂ ਚੱਲ ਕਰਕੇ ਸ਼ਾਮ ਦੇ ਦੀਵਾਨਾਂ ਵਿੱਚ ਜੁੜ ਬੈਠੇ ਹੋ। ਭਾਗਾਂ ਭਰਿਆ ਸਮਾਂ ਸਤਿਗੁਰਾਂ ਦੀ ਦਇਆ ਨਾਲ ਪ੍ਰਾਪਤ ਹੋਇਆ ਹੈ। ਸਤ ਸੰਗ ਦੇ ਰੂਪ ਦੇ ਵਿੱਚ ਇਸ ਵੇਲੇ ਨੂੰ ਸੁਹੇਲਾ ਬਣਾਈਏ। ਸਤਿਗੁਰਾਂ ਦੀ ਪਾਵਨ ਅਗਾਮੀ ਕਥਾ ਦੇ ਵਿੱਚੋਂ ਪਿਛਲੇ ਦਿਨ ਆਪ ਜੀ ਨੇ ਸਰਵਣ ਕੀਤਾ ਸੀ। ਭਾਈ ਮਰਦਾਨਾ ਜੀ ਦੀ ਭਾਵਨਾ ਨੂੰ ਜਾਣਦੇ ਹੋਏ ਦੀਨ ਦੁਨੀਆ ਦੇ ਮਾਲਕ ਉੱਚੇ ਅਤੇ ਵੀਰਾਨ ਪਰਬਤ ਤੇ ਪਹੁੰਚੇ ਨੇ, ਜਿੱਥੇ ਇੱਕ ਸਾਧੂ ਜਿਨ੍ਹਾਂ ਦਾ ਨਾਮ ਹੈ ਕਾਗ ਬਸੁੰਡ ਬੇਹੰਗਮਾਂ ਦੀ ਸਭਾ ਦੇ ਵਿੱਚ, ਪੰਛੀਆਂ ਦੀ ਸਭਾ ਦੇ ਵਿੱਚ ਰੱਬ ਦੇ ਗੀਤ ਗਾ ਰਹੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਆ ਕੇ ਸਤਸੰਗ ਦੇ ਪਿਛਲੇ ਪਾਸੇ ਬੈਠ ਗਏ। ਬੜੀ ਦੇਰ ਤੱਕ ਪ੍ਰਵਚਨਾਂ ਨੂੰ ਸ਼ਾਂਤੀ ਆਨੰਦ ਨਾਲ ਸੁਣਦੇ ਰਹੇ। ਜਿਸ ਵੇਲੇ ਕਾਗ ਬਸੁੰਡ ਜੀ ਨੇ ਸਮਾਪਤੀ ਕੀਤੀ, ਗੁਰੂ ਬਾਬਾ ਜੀ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ। ਉਹਨਾਂ ਨੇ ਰਾਗ ਵਿੱਚ ਸ਼ਬਦ ਗਾਇਨ ਕੀਤਾ। ਸਾਧੂਆਂ ਦੀ ਸਭਾ ਦੇ ਵਿੱਚ ਲੱਗੀ ਸਮਾਧੀ ਲੱਗੀ ਰਹੀ, ਆਨੰਦ ਵਰਸਦਾ ਰਿਹਾ। ਜਿਸ ਵੇਲੇ ਭਾਈ ਮਰਦਾਨਾ ਜੀ ਨੇ ਸਮਾਪਤੀ ਕੀਤੀ ਹੈ, ਕਾਗ ਬਸੁੰਡ ਜੀ ਨੇ ਨੇਤਰ ਖੋਲੇ ਨੇ, ਬੜੇ ਅਦਬ ਨਾਲ ਪੁੱਛਦੇ ਨੇ, ਇਹ ਸ਼ਬਦ ਕਿਹਨਾਂ ਦੇ ਨੇ? ਮਰਦਾਨਾ ਜੀ ਆਖਣ ਲੱਗੇ, ਮਹਾਂਪੁਰਖੋ, ਇਹ ਸ਼ਬਦ ਹਨ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦੇ, ਜੋ ਤੁਹਾਡੀ ਸਭਾ ਦੇ ਵਿੱਚ ਮੇਰੇ ਨਾਲ ਵਿਰਾਜਮਾਨ ਹਨ। ਇੰਨੇ ਬੋਲ ਸੁਣਨ ਦੀ ਦੇਰ ਸੀ। ਮਹਾਂਪੁਰਖ ਕਾਗ ਬਸੁੰਡ ਜਿਨ੍ਹਾਂ ਦੀਆਂ ਲੱਖਾਂ ਸਾਲਾਂ ਦੀ ਉਮਰ ਹੈ, ਭੱਜ ਕੇ ਆਏ ਨੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸੀਸ ਟੇਕਿਆ, ਸ਼ੁਕਰਾਨਾ ਕਰਦੇ ਨੇ, ਪ੍ਰੇਮ ਮੁਹੱਬਤ ਦੇ ਬਚਨ ਕਰਦੇ ਨੇ। ਇਹਨਾਂ ਪ੍ਰਸੰਗਾਂ ਦਾ ਆਪ ਜੀ ਨੇ ਆਨੰਦ ਮਾਣਿਆ। ਆਓ ਕੁਝ ਸਮਾਂ ਸੁਰਤ ਕਰਕੇ ਚੱਲੀਏ ਹਿਮਾਲਿਆ ਦੇ ਉਸ ਪਰਬਤ ਤੇ, ਜਿੱਥੇ ਬ੍ਰਹਮ ਗਿਆਨੀ ਪੁਰਸ਼ ਕਾਗ ਬਸੁੰਡ ਦੀ ਸਭਾ ਦੇ ਵਿੱਚ ਹਜ਼ਾਰਾਂ ਸਾਧੂ ਪੰਛੀ ਬੈਠੇ ਆ, ਤੇ ਰੱਬ ਜੀ ਆਪ ਆਣ ਬੈਠੇ, ਜਿਨ੍ਹਾਂ ਨੂੰ ਚੇਤੇ ਕਰਦੇ ਸੀ। ਕੀ ਕੀ ਖੇਡ ਵਰਤਦੀ ਆ, ਸੁਰਤ ਕਰਕੇ ਚੱਲੀਏ, ਪਾਓ ਪ੍ਰੇਮ ਦੀ ਸਾਂਝ। ਆਸੀਸ ਬਖਸ਼ੋ, ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਹਿ ਬਚਨ ਤੁਮਰੇ ਜੋ ਕਮਾਵਨ, ਸੇ ਨਰ ਤੀਰਥ ਕਰਹਿ ਪਾਵਨ। ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਨਮੁਖ ਕਾਗ ਬਸੁੰਡ ਜੀ
ਮਹਿਮਾ ਦੇ ਬੋਲ ਗਾ ਰਹੇ ਨੇ। ਆਖਦੇ ਆ ਬਾਬਾ ਤੁਹਾਡੇ ਇਹਨਾਂ ਸ਼ਬਦਾਂ ਨੂੰ ਜਿਹਨੇ ਜੀਵਨ ਵਿੱਚ ਕਮਾ ਲਿਆ ਉਹਨੂੰ ਤਪ ਕਰਨ ਦੀ ਲੋੜ ਨਹੀਂ, ਠਾੜ ਤੀਰਥਾਂ ਤੇ ਜਾਣ ਦੀ ਜ਼ਰੂਰਤ ਨਹੀਂ। ਇਹਨਾਂ ਬਚਨਾਂ ਨੂੰ ਕਮਾਉਣ ਦੇ ਨਾਲ ਹੀ ਪੂਰਬਲੇ ਜਨਮ ਤੇ ਇਸ ਜਨਮ ਦੇ ਵਿੱਚ ਉਧਾਰ ਹੋ ਜਾਏਗਾ। ਉਹਨਾਂ ਰੂਹਾਂ ਦਾ ਜੀਵਨ ਸਫਲ ਹੋਏਗਾ ਜੋ ਆਪ ਜੀ ਦੇ ਬਚਨਾਂ ਨੂੰ ਕਮਾ ਲੈਣ। ਜਿਸ ਮਹਿ ਸ਼ਕਤ ਗਿਆਨ ਕੀ ਰਾਖੀ, ਤੇਹ ਪੜ ਕਿਉਂ ਨਾ ਹੋਏ ਗਤ ਰਾਖੀ। ਪਰ ਇਹਨਾਂ ਬਚਨਾਂ ਨੂੰ ਸਮਝ ਹੋ ਸਕਦਾ ਹੈ ਜਿਹਦੇ ਅੰਦਰ ਗਿਆਨ ਦੀ ਸ਼ਕਤੀ ਹੋਵੇ, ਗਿਆਨ ਸਮਝਣ ਦੀ ਬੁੱਧੀ ਹੋਵੇ। ਗਿਆਨ ਦੁਨੀਆ ਵਿੱਚ ਵੀ ਬਹੁਤ ਹੈ, ਹਰ ਇੱਕ ਨੂੰ ਸਮਝ ਨਹੀਂ ਹੁੰਦਾ। ਧਰਮ ਦੀ ਦੁਨੀਆ ਦਾ, ਬਾਣੀ ਦਾ ਗਿਆਨ, ਗੁਰਮਤ ਦਾ ਗਿਆਨ ਪੜ੍ਹੀ ਲੋਕ ਬੜੇ ਫਿਰਦੇ ਸਾਡੇ ਵਰਗੇ, ਪਰ ਪੱਲੇ ਹਰ ਇੱਕ ਦੇ ਨਹੀਂ ਪੈਂਦਾ। ਕਹਿੰਦੇ ਪਾਤਸ਼ਾਹ ਜਿਹਨੂੰ ਗਿਆਨ ਦੀ ਸੋਝੀ ਹੋਈ, ਤੇਰੇ ਬਚਨਾਂ ਨੂੰ ਜਿਹਨੇ ਪੜ੍ਹ ਲਿਆ, ਸੁਣ ਲਿਆ, ਗਾ ਲਿਆ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ, ਉਹ ਉਧਰ ਜਾਂਦੇ ਨੇ। ਕਿਉਂਕਿ ਗਿਆਨ ਨੇ ਚੰਗਾ ਅਤੇ ਬੁਰਾ, ਸੱਚ ਤੇ ਝੂਠ ਦਾ ਨਿਤਾਰਾ ਦੇਣਾ। ਗਿਆਨ ਸੋਝੀ ਸਮਝ ਅੰਦਰ ਨੂੰ ਤੀਖਣ ਕਰਦਾ, ਸਿਆਣਾ ਬਣਾਉਂਦਾ। ਪਰ ਪਾਤਸ਼ਾਹ ਜਿਨ੍ਹਾਂ ਨੇ ਤੇਰੇ ਸ਼ਬਦਾਂ ਦੇ ਵਿਚਾਰ ਨੂੰ ਨਹੀਂ ਪੜ੍ਹਿਆ, ਗਿਆਨ ਨੂੰ ਨਹੀਂ ਪੜ੍ਹਿਆ, ਉਹ ਦੁਨੀਆ ਦੇ ਮੋਹ ਦੇ ਵਿੱਚ ਫਸੇ ਨੇ ਤੇ ਸਦਾ ਫਸੇ ਰਹਿਣਗੇ, ਕਦੇ ਸੁਖੀ ਨਹੀਂ ਹੋ ਸਕਦੇ। ਦੋਹਰ ਸ਼੍ਰੀ ਨਾਨਕ ਬੋਲੇ ਤਬੈ, ਸਭ ਗੁਣ ਮੈਂ ਪ੍ਰਦਾਨ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਾਗ ਪਸੁੰਡ ਜੀ ਦੀ ਰਸਨਾ ਤੋਂ ਬਚਨ ਸੁਣੇ, ਕਾਗ ਪਸੁੰਡੇ ਕੋ ਰਿਸ਼ੀ ਨੇ, ਜਿਨ੍ਹਾਂ ਨੂੰ ਮੰਨਿਆ ਜਾਂਦਾ ਵੀ ਕਾਂ ਦੀ ਜੂਨ ਮਿਲੀ ਹੋਈ ਹੈ। ਜੇ ਇਸ ਸ਼ਬਦ ਨੂੰ ਬਾਚੀਏ ਨਾ, ਪੰਛੀ ਨਾਮ ਹੈ ਬਿਹੰਗ ਦਾ ਤੇ ਕਾਗ ਪਸੁੰਡ, ਲੰਮੀ ਉਮਰ ਕਰਕੇ ਕਾਗ ਪਸੁੰਡ ਆਖਿਆ ਜਾਂਦਾ ਹੈ ਕਿਉਂਕਿ ਉਹ ਕਾਂ ਦੀ ਪ੍ਰਜਾਤੀ ਚੋਂ ਨੇ। ਜਿਵੇਂ ਆ ਸਾਡੇ ਸਮਾਜ ਵਿੱਚ, ਦੁਨੀਆ ਦੇ ਵਿੱਚ ਇੱਕ ਕਬੀਲਾ ਹੈ ਜੰਗਲਾਂ ਵਿੱਚ ਰਹਿਣ ਵਾਲਾ, ਜਿਹਨੂੰ ਕਹਿੰਦੇ ਨੇ ਨਾਗ ਜਾਤੀ ਦੇ ਲੋਕ। ਨਾਗ ਕਿਉਂ ਕਹਿੰਦੇ? ਉਹਨਾਂ ਲੋਕਾਂ ਦੇ ਮੱਥੇ ਤੇ ਨਾਗ ਦਾ ਨਿਸ਼ਾਨ ਹੈ, ਪਰ ਉਹ ਅਸਲ ਵਿੱਚ ਜ਼ਹਿਰੀਲੇ ਨਹੀਂ, ਉਹ ਸੱਪ ਨਹੀਂ ਹੈ, ਉਹ ਮਨੁੱਖ ਨੇ। ਜਿਵੇਂ ਚੰਡਾਲ ਵੀ ਬੰਦੇ ਹੁੰਦੇ ਆ, ਇਸੇ ਤਰ੍ਹਾਂ ਕਾਗ ਪਸੁੰਡ ਹੈ ਮਨੁੱਖਾ ਸਰੀਰ ਵਿੱਚ ਨੇ, ਪਰ ਸ਼ਕਲ ਸੂਰਤ ਤੇ ਕੁਝ ਗੱਲਾਂ ਐਸੀਆਂ ਨੇ ਜਿਸ ਕਰਕੇ ਉਹਨਾਂ ਨੂੰ ਇਹ ਨਾਮ ਮਿਲਿਆ ਕਾਗ ਪਸੁੰਡ। ਕਾਗ ਮਤਲਬ ਕਾਂ, ਪਸੁੰਡ ਉਹਨਾਂ ਦਾ ਨਾਮ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਤੇ ਸਰਬ ਗੁਣ ਸੰਪੰਨ ਹੋ। ਰੱਬ ਜੀ ਕਹਿ ਰਹੇ ਆ ਇਹ ਬਚਨ ਵੀ ਤੁਹਾਡੇ ਵਿੱਚ ਗੁਣਾਂ ਦੀ ਕਮੀ ਕੋਈ ਨਹੀਂ। ਭਗਤ ਨਿਰੰਤਰ ਕਰਤ ਹੋ, ਸਰੋਤਨ ਵਿਖੇ ਮਹਾਨ। ਤੁਸੀਂ ਨਿਤਾ ਪ੍ਰਤ ਭਗਤੀ ਨਿਰੰਕਾਰ ਵਾਹਿਗੁਰੂ ਦੀ ਕਰਦੇ ਹੋ ਤੇ ਤੁਹਾਡੇ ਵਰਗਾ ਅਸੀਂ ਸਰੋਤਾ ਨਹੀਂ ਵੇਖਿਆ। ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ ਵੀ ਸੁਣਾਉਣ ਵਾਲਾ ਕਦੇ ਸੁਣ ਨਹੀਂ ਸਕਦਾ। ਸੁਣਨ ਵਾਲੇ ਸਰੋਤੇ ਨੂੰ ਸਟੇਜ ਤੇ ਬਿਠਾ ਲਓ, ਉਹਨੂੰ ਫਤਿਹ ਤੋਂ ਬਾਅਦ ਸੁੱਟਣਾ ਹੀ ਕੁਛ ਨਹੀਂ, ਬੋਲ ਨਹੀਂ ਸਕਦਾ। ਪਰ ਪਹਿਲੀ ਵਾਰ ਸਤਿਗੁਰੂ ਆਖਦੇ ਆ ਕਾਗ ਪਸੁੰਡ ਜੀ ਤੁਸੀਂ ਇੰਨਿਆਂ ਨੂੰ ਰੱਬ ਦਾ ਗਿਆਨ ਸੁਣਾਉਂਦੇ ਹੋ, ਪਰ ਤੁਸੀਂ ਸੁਣ ਵੀ ਬੜੀ ਗਹਿਰੀ ਸਰੋਤ ਨਾਲ ਰਹੇ ਹੋ। ਤੁਹਾਡੇ ਵਰਗਾ ਸਰੋਤਾ ਕੋਈ ਨਹੀਂ। ਕੋਈ ਬਖਤਾ ਚੰਗਾ ਹੁੰਦਾ ਹੈ, ਕੋਈ ਸਰੋਤਾ ਚੰਗਾ ਹੁੰਦਾ ਹੈ। ਸਰੋਤਾ ਸੁਣਨ ਵਾਲਾ, ਬਖਤਾ ਬੋਲਣ ਵਾਲਾ, ਕਿਸੇ ਕਿਸੇ ਵਿੱਚ ਦੋਨੇ ਗੁਣ ਹੁੰਦੇ ਨੇ। ਉਹ ਸੁਣਦੇ ਵੀ ਬੜੇ ਧਿਆਨ ਨਾਲ। ਜੇ ਸੁਣਨ, ਜੇ ਉਹ ਕੰਮ ਕਰਨ, ਉਸ ਕੰਮ ਵਿੱਚ ਚਿੱਤ ਲਾਉਂਦੇ ਆ, ਨਹੀਂ ਕਰਨਾ ਕੀ, ਭਾਵੇਂ ਕਿੰਨਾ ਵੀ ਔਖਾ ਹੋਵੇ ਹਾਮੀ ਭਰਤੀ ਕਰ ਦੇਣਾ, ਕਿੰਨਾ ਵੀ ਸੌਖਾ ਕਿਉਂ ਨਾ ਹੋਵੇ, ਜੇ ਮਨ ਨਹੀਂ ਕਰਦਾ ਤੇ ਪੂਰਾ ਜਵਾਬ ਦੇ ਦੇਣਾ। ਜੇ ਉਹ ਧਰਮ ਦੀ ਵਿਦਿਆ ਨੂੰ ਸੁਣਦੇ ਆ ਤੇ ਚੌਂਕੜਾ ਲਾ ਕੇ ਸੁਣਦੇ ਆ, ਜੇ ਨਹੀਂ ਸੁਣਨਾ ਇਨਕਾਰ ਕਰ ਦਿੰਦੇ, ਵਿੱਚ ਵਿਚਾਲੇ ਨਹੀਂ। ਸਾਡੇ ਵਾਂਗੂ ਨਹੀਂ, ਕੀਰਤਨ ਵੀ ਸੁਣਨਾ ਹੈ, ਪਾਠ ਵੀ ਕਰਨਾ, ਸੁੱਤੇ ਵੀ ਪਏ ਰਹਿਣਾ ਵਿਚਾਲਾ। ਮਹਾਰਾਜ ਕਹਿੰਦੇ ਤੁਸੀਂ ਸਰੋਤੇ ਮਹਾਨ ਹੋ। ਜਦੋਂ ਕਾਗ ਪਸੁੰਡ ਨੇ ਸ਼ਬਦ ਸੁਣਿਆ ਨਾ ਵੀ ਸਰੋਤਾ, ਮਹਾਨ ਸਰੋਤਾ,
ਉਹ ਮਨ ਹੀ ਮਨ ਸੋਚਦੇ ਆ। ਦੇਖੋ ਗਿਆਨ ਉਹਨਾਂ ਕੋਲ ਬੜਾ ਹੈ। ਇੱਕ ਬੇਨਤੀ ਯਾਦ ਰੱਖਿਓ ਜ਼ਿੰਦਗੀ 'ਚ, ਹਰ ਬੰਦੇ ਕੋਲ ਹਰ ਨੌਲੇਜ ਹਰ ਗਿਆਨ ਨਹੀਂ ਹੋ ਸਕਦਾ। ਵੱਡੇ ਵੱਡੇ ਇੰਜੀਨੀਅਰ ਫੋਨ ਨਹੀਂ ਚਲਾਉਣੇ ਆਉਂਦੇ, ਪਰ ਵੱਡੇ ਵੱਡੇ ਡੈਮ ਸੰਭਾਲੇ ਹੋਏ ਆ। ਫਾਈਟਰ ਜੈਟ ਚਲਾਉਣ ਵਾਲੇ ਪਾਇਲਟ, ਕਈ ਵਾਰ ਉਹਨਾਂ ਕੋਲ ਛੋਟੀਆਂ ਛੋਟੀਆਂ ਚੀਜ਼ਾਂ ਨਹੀਂ ਚੱਲਦੀਆਂ। ਬੰਦਾ ਇੱਕ ਫੀਲਡ ਵਿੱਚ ਗਿਆਨੀ ਹੋ ਸਕਦਾ ਏ, ਸਮਝਦਾਰ ਹੋ ਸਕਦਾ ਏ, ਪਰ ਹਰ ਪਾਸੇ ਨਹੀਂ। ਧਰਮ ਦੀ ਵਿਦਿਆ ਦੇ ਵਿੱਚ, ਧਰਮ ਦੀ ਦੁਨੀਆ ਵਿੱਚ, ਹੁਣ ਮੰਨ ਲਓ ਆਪਾਂ ਸਿੱਖ ਹਾਂ, 5 ਕਕਾਰਾਂ ਦੇ ਧਾਰਨੀ ਆ। ਆਪਾਂ ਕਹੀਏ ਮੇਰੇ ਵਰਗਾ ਪੂਰਾ ਸਿੱਖ ਕੋਈ ਨਹੀਂ ਕਿ ਸਾਨੂੰ ਗੱਤਕਾ ਖੇਡਣਾ ਆਉਂਦਾ ਹੈ। ਇਹ ਵੀ ਤੇ ਖਾਲਸੇ ਦੀ ਰਹੁ ਰੀਤ ਹੈ। ਵਿਰਲੇ ਨੇ ਜਿਹਨਾਂ ਨੂੰ ਆਉਂਦਾ ਹੈ, ਵਿਰਲੇ ਹਨ ਉਹ ਜਿਨ੍ਹਾਂ ਨੂੰ ਅਖੰਡ ਪਾਠ ਸਾਹਿਬ ਸਹਿਜ ਪਾਠ ਕਰਨਾ ਆਉਂਦਾ, ਭੋਗ ਪਾਉਣਾ ਆਉਂਦਾ। ਸਿੱਖ ਤੇ ਸਾਰੇ ਹੀ ਆ। ਵਿਰਲੇ ਨੇ ਜਿਨ੍ਹਾਂ ਨੂੰ ਅਰਦਾਸ ਕਰਨੀ ਆਉਂਦੀ ਹੈ। ਵਿਰਲੇ ਉਹ ਨੇ ਜਿਨ੍ਹਾਂ ਨੂੰ ਨਾਮ ਜਪਣਾ ਤੇ ਜਪਾਉਣਾ ਵੀ ਆਉਂਦਾ ਹੈ। ਅਲੱਗ-ਅਲੱਗ ਗੁਣ ਆ ਗਏ। ਗੁਰੂ ਸਾਹਿਬ ਕਹਿੰਦੇ ਤੁਸੀਂ ਮਹਾਨ ਬਖਦੇ ਹੋ ਤੇ ਸਰੋਤੇ ਵੀ ਮਹਾਨ ਹੋ। ਸਤਿਗੁਰ ਦੀਨਾਨਾਥ ਜੀ ਕੀਜੈ ਮੋਹਿ ਸਹਾਈ। ਉਸ ਵੇਲੇ ਹੱਥ ਜੋੜ ਕੇ ਆਖਣ ਲੱਗੇ, ਸਤਿਗੁਰੂ ਦੀਨਾਨਾਥ ਦਇਆ ਦੇ ਘਰ ਪਰਮਾਤਮਾ ਜੀ, ਜੇ ਅੱਜ ਆਪ ਜੀ ਮੈਨੂੰ ਭਾਗਾਂ ਸਹਿਤ ਦਰਸ਼ਨ ਦੇਣ ਆਏ ਹੋ ਨਾ, ਤੇ ਕਿਰਪਾ ਕਰਕੇ ਮੇਰੀ ਇੱਕ ਬੇਨਤੀ ਸਵੀਕਾਰ ਕਰਿਓ। ਮੈਂ ਆਪ ਜੀ ਤੋਂ ਕੁਝ ਜਾਣਨਾ ਚਾਹੁੰਦਾ ਹਾਂ। ਸਰੋਤੇ ਕਿਸ ਪ੍ਰਕਾਰ ਕੇ ਦੀਜੈ ਮੋਹਿ ਬਤਾਏ। ਮੈਨੂੰ ਕਿਰਪਾ ਕਰਕੇ ਇਹ ਦੱਸ ਦਿਓ ਵੀ ਜਿਹੜੇ ਸਰੋਤੇ ਨੇ ਕਿੰਨੀ ਤਰ੍ਹਾਂ ਦੇ ਹੁੰਦੇ ਨੇ। ਸਰੋਤੇ ਮੈਂ ਜਾਣਨਾ ਚਾਹੁੰਦਾ। ਹੁਣ ਸਰੋਤਾ ਤੇ ਜਿਹਨੂੰ ਵੇਖੋ ਸਾਰੇ ਸੁਣਨ ਵਾਲੇ ਹੀ ਨੇ, ਕੰਨਾਂ ਦਾ ਕੰਮ ਸਿਰਫ ਸੁਣਨਾ ਹੈ। ਇਸੇ ਕਰਕੇ ਸਵਾਲ ਗਹਿਰਾ ਹੋ ਗਿਆ। ਕਹਿੰਦੇ ਸਰੋਤੇ ਕਿੰਨੇ ਪ੍ਰਕਾਰ ਦੇ ਹਨ। ਜਿਹਦੀ ਲੱਖਾਂ ਸਾਲਾਂ ਦੀ ਉਮਰ ਹੈ, ਹਜ਼ਾਰਾਂ ਸਾਲਾਂ ਦੀ ਆਰਜਾ ਏ, ਉਹ ਇਹ ਗੱਲ ਨਹੀਂ ਜਾਣਦਾ ਵੀ ਸਰੋਤੇ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਕਿਉਂਕਿ ਉਹਦੇ ਕੋਲ ਨਿਰੰਕਾਰ ਦਾ ਗਿਆਨ ਹੈ, ਬੰਦਗੀ ਦਾ ਗਿਆਨ ਹੈ, ਅੰਦਰੋਂ ਅੰਦਰ ਉਹ ਸਾਵਧਾਨ ਹੈ, ਆਨੰਦਤ ਹੈ। ਉਹਨੇ ਕਦੇ ਸੋਚਿਆ ਹੀ ਨਹੀਂ, ਚਾਹਿਆ ਹੀ ਨਹੀਂ, ਖਿਆਲ ਹੀ ਨਹੀਂ ਕੀਤਾ ਇਸ ਪਾਸੇ। ਪਰ ਅੱਜ ਉਹ ਰੱਬ ਜੀ ਕੋਲੋਂ ਪੁੱਛਦੇ ਨੇ, ਪਰਮਾਤਮਾ ਕੋਲੋਂ, ਸਤਿਗੁਰੂ ਕਿਰਪਾ ਕਰਕੇ ਦੱਸੋ ਕਿੰਨੇ ਤਰ੍ਹਾਂ ਦੇ ਸਰੋਤੇ ਜੱਗ ਵਿੱਚ ਪਾਏ ਜਾਂਦੇ ਨੇ। ਚੌਪਈ ਸਰੋਤਾ ਜਗ ਮੇ 5 ਪ੍ਰਕਾਰ, ਸੋਹੋ ਤੁਮ ਸੋ ਕਰੋ ਉਚਾਰ। ਗੁਰੂ ਨਾਨਕ ਸਾਹਿਬ ਜੀ ਨੇ ਭਾਵਨਾ ਦੇ ਬਚਨ ਸੁਣੇ, ਵੇਖਿਆ ਇਹ ਜਾਣਨਾ ਚਾਹੁੰਦੇ ਨੇ ਅੰਦਰੋਂ। ਸਤਿਗੁਰੂ ਕਹਿੰਦੇ ਸਰੋਤੇ 5 ਪ੍ਰਕਾਰ ਦੇ ਹੁੰਦੇ ਆ, 5 ਤਰ੍ਹਾਂ ਦੇ ਸਰੋਤੇ। ਅੱਜ ਸੁਣ ਲਿਓ, ਆਪਾਂ ਕਿਹੜਿਆਂ ਚੋਂ ਆਪਾਂ ਸੁਣਦੇ ਆ, ਕੀਰਤਨ ਵੀ ਸੁਣਦੇ ਆ, ਕਥਾ ਵੀ ਸੁਣਦੇ ਆ, ਪਾਠ ਵੀ ਸੁਣਦੇ ਆ, ਪਰ ਅਸੀਂ ਸਰੋਤਿਆਂ ਚੋਂ ਹੈ ਕਿਹੜੇ ਆ? ਇਹ ਵੀ ਜ਼ਰੂਰੀ ਹੈ। ਜਦ ਤੱਕ ਸਾਨੂੰ ਆਪਣੀ ਸਟੇਜ ਦਾ ਨਹੀਂ ਪਤਾ ਲੱਗਦਾ, ਆਪਣੇ ਲੈਵਲ ਦਾ ਨਹੀਂ ਪਤਾ ਲੱਗਦਾ, ਸੱਚੀ ਅਸੀਂ ਖੁਦ ਨੂੰ ਪਛਾਣ ਹੀ ਨਹੀਂ ਸਕਦੇ। ਇਹ ਦੱਸੋ ਜੀ, ਪਾਠ ਸੁਣਨਾ ਕਿਹਨੂੰ ਚੰਗਾ ਨਹੀਂ ਲੱਗਦਾ? ਹਰ ਸਿੱਖ ਨੂੰ ਲੱਗਦਾ ਹੈ। ਹਰ ਇੱਕ ਦਾ ਦਿਲ ਕਰਦਾ ਮੈਂ ਪਾਠ ਕਰਾਂ, ਪਰ ਕਈ ਵਾਰ ਕੰਮ ਧੰਦੇ ਇਹੋ ਜਿਹੇ ਹੁੰਦੇ ਸਮਾਂ ਹੀ ਨਹੀਂ ਮਿਲਦਾ। ਕਈਆਂ ਕੋਲ ਸਮਾਂ ਹੁੰਦਾ, ਉਹ ਸਮਾਂ ਹੁੰਦੇ ਵੀ ਸੁਣਦੇ ਸੁਣਦੇ ਸੌਂ ਜਾਂਦੇ। ਸੁਭਾਵਕ ਹੈ। ਸਤਿਗੁਰੂ ਕਹਿੰਦੇ 5 ਪ੍ਰਕਾਰ ਦੇ ਸਰੋਤੇ ਹਰ ਧਰਮ ਵਿੱਚ, ਹਰ ਮਜ਼ਹਬ ਵਿੱਚ, ਹਰ ਸਮਾਜ ਵਿੱਚ ਪਾਏ ਜਾਂਦੇ, ਹਰ ਤਰ੍ਹਾਂ ਦੇ। ਕਹਿੰਦੇ ਪਾਤਸ਼ਾਹ ਮੈਨੂੰ ਨਹੀਂ ਪਤਾ, ਕਿਰਪਾ ਕਰਕੇ ਦੱਸੋ ਉਹ 5 ਪ੍ਰਕਾਰ ਦੇ ਸਰੋਤੇ ਕਿਹੋ ਜਿਹੇ ਹੁੰਦੇ ਨੇ। ਰਾਗ ਰਾਗਨੀ ਸਮਝੈ ਇੱਕ। ਸਤਿਗੁਰੂ ਕਹਿੰਦੇ ਪਹਿਲਾ ਸਰੋਤਾ ਉਹ ਹੈ ਜਿਹੜਾ ਰਾਗ ਅਤੇ ਰਾਗਣੀ, ਇਹ 2 ਚੀਜ਼ਾਂ ਨੇ। ਰਾਗ ਅਲੱਗ ਨੇ, ਰਾਗਣੀ ਅਲੱਗ ਹੈ। ਜੇ ਹੁਣ ਆਪਾਂ ਸ਼ਬਦ ਵਰਤੀਏ ਮਨੁੱਖਤਾ, ਹੁਣ ਮਨੁੱਖਾਂ ਦੇ ਵਿੱਚ ਇਕੱਲੇ ਮਰਦ ਤੇ ਆਉਂਦੇ ਨੇ। ਇਕੱਲੇ ਮਰਦਾਂ ਨੂੰ ਮਨੁੱਖ ਥੋੜ੍ਹਾ ਕਿਹਾ ਜਾਂਦਾ, ਇਕੱਲੀਆਂ ਨਾਰਾਂ ਨੂੰ ਵੀ ਮਨੁੱਖ ਨਹੀਂ ਕਿਹਾ ਜਾਂਦਾ। ਮਰਦ ਅਤੇ ਨਾਰ ਮਨੁੱਖ, ਮੇਲ ਐਂਡ ਫੀਮੇਲ, ਦੋਨਾਂ ਨੂੰ ਇਕੱਠਿਆਂ ਕਰਕੇ ਸ਼ਬਦ ਬਣਦਾ ਮਨੁੱਖ ਦਾ। ਤੇ ਪਰ ਜਦੋਂ ਆਪਾਂ ਔਰਤ ਸ਼ਬਦ ਵਰਤਦੇ ਆ, ਇਸਤਰੀ ਸ਼ਬਦ ਵਰਤਦੇ ਆ, ਨਾਰ ਸ਼ਬਦ ਵਰਤਦੇ ਆ, ਧਿਆਨ ਕਿੱਧਰ ਜਾਂਦਾ ਹੈ? ਔਰਤਾਂ ਵੱਲ। ਜਦ ਮਰਦ ਸ਼ਬਦ ਵਰਤਿਆ ਜਾਂਦਾ, ਪੁਰਸ਼ ਸ਼ਬਦ ਵਰਤਿਆ ਜਾਂਦਾ, ਮੇਲ ਸ਼ਬਦ ਵਰਤਿਆ ਜਾਂਦਾ, ਸੁਭਾਵਿਕ ਧਿਆਨ ਜਾਂਦਾ ਹੈ ਮਰਦਾਂ ਵੱਲ। ਪਰ ਜਿਸ ਵੇਲੇ ਮਨੁੱਖ ਸ਼ਬਦ ਵਰਤਿਆ ਜਾਂਦਾ ਨਾ, ਉਹ ਸਮੁੱਚਤਾ ਲਈ ਵਰਤਿਆ ਜਾਂਦਾ। ਉਹਦੇ 'ਚ ਕਦੇ ਨਹੀਂ ਕਿਹਾ ਜਾਂਦਾ ਵੀ ਇਹ ਮਰਦਾਂ ਨੂੰ ਪ੍ਰੈਫਰ ਕਰਦੇ ਆ ਜਾਂ ਔਰਤਾਂ ਨੂੰ ਕਰਦੇ।
सब कुछ एक है। उस बच्चे भी ने, बजुर्ग भी ने, बुढ़े भी ने। सतगुरु कहते पहले प्रकार के ਸਰੋਤੇ ने जिहड़े राग अते रागनी नूं जाणदे आ। जिवें राग मर्द है, रागनी फीमेल है। हुण राग रागनी गुरु साहब ने ना राग लिखे। हुण सूरठ राग है, रागां 'च लिखिया ना मर्द ने, पर है सूरठ एक रागनी है। राग गुजरी में चले जाओ, जिन्होंने गुजरी कहते किन्ने तरह के अगे, गौड़ी भी है गुजरी, बड़ी तरह के है, दखनी भी है, कई तरह के अगे अगे आई जाते हैं। गुरु नानक साहब आखदे कि जिहड़े राग अते रागणी दे बारे ज्ञान रखते आ, सुन के कदे वेखियो सचखंड श्री हरमंदर साहब, कई बार ना आपां वो गल समझते नहीं, फेसबुक ते शेयर करन लग जाते हैं भी लै जी अज रागी ਸਿੰਘਾਂ ਨੂੰ ग्रंथी ਸਿੰਘ ने झड़कता। पिछे जे पिया सी ना रौला, वो की सी? रागी ਸਿੰਘ ਦੀ गलती सी, ग्रंथी ਸਿੰਘ ਦੀ नहीं। ਉਹਨੇ ਉਦੋਂ ਟੋਕਿਆ जद वो अपना समा, अपनी लियाकत, अपना फर्ज, अपना राग नहीं समझ पा रहा। उन्हें आसा राग विच लिया के शब्द गुजरी राग का करता। उन्हें पहला भी इशारा किया ग्रंथी सिंह ने, ना कर, वो नहीं हटिया। वो कहता असीं महान रागी हुंदे, उन्हें चकता पर उन्हें झड़किया, विवाद बन गया। क्यों बनया? क्योंकि वो जानते हैं भी इस वेले ये राग गाया जा सकता है। आसा राग विच किहड़े किहड़े राग रिलेट किए जा सकते हैं, जिवें बसंत राग हो गया, छोटे छोटे राग, कुछ रागणियां जिन्हां दे शब्द उसे राग च मिला के गाए जा सकते आ, पर तुसीं वो राग नूं अलग नहीं कर सकते। वक्त है हुण जिन्हों उस शब्द का पता भी ये फलाने राग का शब्द है, आसा राग का शब्द है, आसा च ही गावांगे, रागणी च गावांगे, आ धुना लगणगीਆਂ, आनंद किन्ना आउंदा। हुण तुसीं 22-12 ने गुरु ग्रंथ साहिब जी दे विच 22। हुण आपां आसा जी की बार पढ़दे आ ना, वो एक धुन दित्ती आ महाराज ने, टुंडे असराजे की धुनी। जिहड़े सहज पाठ करदे उन्हां नूं पता है भी टुंडा असराज कौन सी, ਉਹਦੀ ਧੁन ਕਿਹੜੀ ਸੀ, ਕਿਹੜੀ ਧੁन ਤੇ ਉਹਨੂੰ ਗਾਉਣਾ ਹੈ। ਗੋਪੀ ਚੰਦ ਦੀ ਵਾਰ ਕਿਹੜੀ, ਉਹਦੀ ਧੁਨ ਕਿਹੜੀ, ਕਿਹੜੇ ਵੇਲੇ ਗਾਉਣਾ ਹੈ। ਜੇ ਉਸ ਵੇਲੇ ਗਾਇਆ ਜਾਊ ਉਹਦਾ ਆਨੰਦ ਵੱਖਰਾ ਹੈ। ਹੁਣ ਆਪ ਦੀ ਆਰਤੀ ਸੁਣਦੇ ਹੋ, ਸ਼ਾਮ ਦਾ ਵੇਲਾ ਨਾ, ਸੋਦਰ ਸੰਧਿਆ ਦੀ ਉਹੀ ਆਰਤੀ ਦੁਪਹਿਰੇ ਕਰੋਗੇ, 11 ਵਜੇ ਕਰੋਗੇ, 1 ਵਜੇ ਕਰੋਗੇ, 3 ਵਜੇ ਕਰੋਗੇ, ਉਹ ਸਮਾਂ ਨਹੀਂ ਹੈ। ਉਹਦਾ ਸਮਾਂ ਉਹੋ ਹੀ ਹੈ। ਤੇ ਉਸ ਵੇਲੇ ਜਿਹੜਾ ਆਨੰਦ ਆਉਂਦਾ ਨਾ ਸੁਣ ਕੇ, ਉਹ ਤੁਹਾਨੂੰ ਉਹ ਦੂਜੇ ਵੇਲੇ ਨਹੀਂ ਆਉਣਾ, ਕਿਉਂਕਿ ਰਾਗ ਆਪਣੇ ਸਮੇਂ ਤੇ ਸ਼ੋਭਾ ਪਾਉਂਦਾ ਹੈ। ਸਤਿਗੁਰੂ ਕਹਿੰਦੇ ਪਹਿਲਾ ਸਰੋਤਾ ਤੇ ਉਹ ਹੈ, ਰਾਗ ਤੋਂ ਬਗੈਰ ਉਹ ਕੁਝ ਸੁਣਦਾ ਹੀ ਨਹੀਂ। ਉਹ ਕਹਿੰਦਾ ਸੁਣਾਂਗਾ ਰਾਗ ਵਿੱਚ ਤੇ ਰਾਗਣੀ ਵਿੱਚ ਤੇ ਰਾਗ ਦਰਬਾਰ ਵਿੱਚ, ਬੇਸੁਰਾ ਮੈਨੂੰ ਪਸੰਦ ਨਹੀਂ ਹੈ। ਤੇ ਅੱਜ ਕੱਲ੍ਹ ਜਿਹੜਾ ਜ਼ਮਾਨਾ ਚੱਲਦਾ ਪੰਜਾਬ ਦੇ ਵਿੱਚ ਖਾਸ ਕਰਕੇ, ਇਹ ਯੁੱਗ ਬੇਸੁਰਿਆਂ ਦਾ ਹੈ। ਪਿਛਲੇ 10 ਸਾਲਾਂ ਤੋਂ ਆਟੋ ਟੂਨਰ ਨੇ, ਰਾਗੀ ਢਾਡੀ ਵੀ ਤੇ ਕਲਾਕਾਰ ਵੀ। ਜਿਹਨੂੰ ਗਾਉਣਾ ਨਹੀਂ ਆਉਂਦਾ, ਸਿੱਧਾ ਬੋਲਣਾ ਨਹੀਂ ਆਉਂਦਾ, ਉਹ ਵੀ ਕਲਾਕਾਰ। ਜਿਹਨੂੰ ਸੁਰ ਦਾ ਨਹੀਂ ਪਤਾ, ਤਾਲ ਦਾ ਨਹੀਂ ਪਤਾ, ਉਹ ਸਭ ਕੁਝ ਕਰ ਲੈਂਦਾ। ਪਰ ਸਤਿਗੁਰੂ ਕਹਿੰਦੇ ਰਾਗ ਅਤੇ ਰਾਗਣੀ ਨੂੰ ਸੁਣਨ ਵਾਲੇ ਸਰੋਤੇ ਥੋੜੇ ਆ, ਅੱਜ ਵੀ ਬਹੁਤ ਥੋੜੇ ਆ, ਕੰਨ ਰਸ ਵਾਲੇ ਬਹੁਤੇ ਆ। ਕਹਿੰਦੇ ਜਿਨ੍ਹਾਂ ਨੂੰ ਰਾਗ ਅਤੇ ਰਾਗਣੀ ਮਤਲਬ ਇਹ ਪਹਿਲੇ ਪ੍ਰਕਾਰ ਦਾ ਸਰੋਤਾ ਹੈ, ਜੋ ਦੋਨਾਂ ਦਾ ਗਿਆਨ ਰੱਖਦਾ ਏ। ਦੂਜੇ ਸੁਰ ਕੈ ਲਖੈ ਬਬੀਕਾ। ਕਹਿੰਦੇ ਦੂਜਾ ਸਰੋਤਾ ਉਹ ਰਾਗ ਤੇ ਰਾਗਣੀ ਦੇ ਨਾਲ ਸੁਰ ਦਾ ਗਿਆਨ ਵੀ ਰੱਖਦਾ ਹੈ। ਵੀ ਆਹ ਰਾਗੀ ਨੇ ਇੱਕ ਸੁਰ ਕੋਮਲ ਲਾਤਾ, ਇਹਨੇ ਸ਼ੁੱਧ ਲਾਇਆ, ਇਹਨੇ ਕਿਹੜਾ ਲਾਇਆ, ਇਹ ਵੀ ਹੁੰਦਾ ਹੈ। ਪਤਾ ਲੱਗਦਾ ਹੈ ਵੀ ਫਲਾਣੇ ਰਾਗੀ ਨੇ ਸ਼ਬਦ ਪੜਿਆ, ਉਹ ਤੋਂ ਸੁਰ ਗਲਤ ਦੱਬੀ ਗਈ। ਕਹਿੰਦੇ ਸੁਰ ਦੇ ਨਾਲ ਨਾਲ ਉਹਨਾਂ ਨੂੰ ਵਿਵੇਕ ਹੁੰਦਾ ਏ। ਵਿਵੇਕ ਮਤਲਬ ਗਿਆਨ, ਜਿਹਨੂੰ ਆਪਾਂ ਕਹਿੰਦੇ ਆ ਸੁਰ ਗਿਆਨ। ਸਾਨੂੰ ਥੋੜੀ ਸੁਰ ਗਿਆਨ ਹੈ, ਅਸੀਂ ਤੁਰੇ ਫਿਰਦੇ ਆ, ਕਿਤੇ ਢੋਲਕ ਵਧੀਆ ਵੱਜ ਰਿਹਾ, ਕਿਤੇ ਕੋਈ ਗਾਉਣ ਵਾਲਾ ਲੱਗਿਆ ਹੋਇਆ, ਬਸ ਦੈਂਗੜ ਦੈਂਗੜ ਹੁੰਦੀ, ਨੱਚਦੇ ਫਿਰਦੇ, ਭੰਗੜੇ ਪਾਉਂਦੇ, ਬਸ ਜੀ ਗੱਲ ਬਣ ਗਈ। ਪਰ ਇੱਕ ਰਿਦਮ 'ਚ ਵਜਾ ਰਿਹਾ, ਸੁਰ 'ਚ ਵਜਾ ਰਿਹਾ। ਜੇ ਇੱਕ ਤਿਰਗੜ ਵੀ ਗਲਤ ਮਾਰ ਗਿਆ, ਉਸੇ ਵੇਲੇ ਇਸ਼ਾਰਾ ਹੋ ਜਾਣਾ ਇਹ ਗਲਤ ਹੈ। ਕਹਿੰਦੇ ਰਾਗ ਰਾਗਣੀ ਸੁਰ ਅਤੇ ਵਿਵੇਕ ਨਾਮ ਹੈ ਗਿਆਨ ਦਾ। ਕਹਿੰਦੇ ਉਹਨੂੰ ਸੁਰ ਗਿਆਨ ਹੈ, ਉਹਨੂੰ ਰਾਗ ਦਾ ਵੀ ਪਤਾ ਹੈ, ਰਾਗਣੀ ਦਾ ਵੀ ਪਤਾ ਹੈ, ਵੀ ਰਾਗਣੀ ਕਿਹੜੀ ਹੈ, ਰਾਗ ਕਿਹੜਾ, ਸੁਰ ਕਿਹੜੀ ਹੈ, ਕਿਤੇ ਉਹਨਾਂ ਦੀ ਸਮਝ ਰੱਖਦਾ ਹੈ। ਤੇ ਜਦੋਂ ਸੁਣਦਾ ਹੈ, ਇਕਾਗਰ ਚਿੱਤ ਹੋ ਕੇ ਸੁਣਦਾ ਹੈ, ਬਿਸਮਾਦ ਵਿੱਚ ਚਲੇ ਜਾਂਦਾ ਏ। ਤੀਜੋ ਤਾਲ ਸੁਣੈ ਹਿਤ ਦਈਆ।
ਕਹਿੰਦੇ ਤੀਜਾ ਸਰੋਤਾ ਹੁੰਦਾ ਹੈ, ਉਹ ਤਾਲ ਸੁਣਦਾ ਹੈ। ਤਾਲ ਤੋਂ ਮਤਲਬ ਅੱਜ ਕੱਲ ਜ਼ਮਾਨਾ ਹੈ ਡਮਚਕ ਵਾਲਾ, ਕੋਈ ਮਤਲਬ ਨਹੀਂ। ਗੱਡੀ 'ਚ ਜਾ ਰਹੇ ਆ, ਬਸ ਧਮਕ ਵੱਜਣੀ ਚਾਹੀਦੀ। ਧਮਕ ਬੇਸ ਵਾਲੇ ਵੀ ਟੁੱਟੇ ਜੇ ਆ ਗਈ ਸੀ ਕਈ ਪਿੱਛੇ ਪੰਜਾਬ 'ਚ ਛਾਉਂਦੇ ਰਹੇ, ਸੁਰ ਨਹੀਂ, ਤਾਲ ਨਹੀਂ, ਕੀ ਕੁਛ ਹੁੰਦਾ ਰਿਹਾ। ਉਹ ਕਿਹੜੇ ਸਰੋਤੇ ਆ? ਜਿਨ੍ਹਾਂ ਦਾ ਸਿਰਫ ਕੰਨ ਰਸ ਹੈ, ਢੋਲ ਸੁਣਨਾ, ਡਮ ਦੀ ਆਵਾਜ਼ ਸੁਣਨੀ। ਕਹਿੰਦੇ ਉਹ ਵੀ ਸਰੋਤੇ ਨੇ। ਇਹ ਨਹੀਂ ਪਤਾ ਵੀ ਗਾਉਣ ਵਾਲੇ ਨੇ ਕੀ ਗਾਇਆ, ਉਹਦਾ ਮਤਲਬ ਕੀ ਸੀ। ਉਹ ਕਿਤੇ ਗਾਉਂਦਾ ਸਾਨੂੰ ਗਾਲਾਂ ਤੇ ਨਹੀਂ ਕੱਢ ਗਿਆ, ਕੋਈ ਇੰਟਰਸਟ ਨਹੀਂ। ਬਸ ਆਵਾਜ਼ ਵਧੀਆ ਹੈ, ਉੱਚੀ ਹੈ, ਹੇਕ ਉੱਚੀ ਹੈ, ਸੁਰ ਪਤਾ ਨਹੀਂ ਕਿਹੋ ਜਿਹਾ ਹੈ, ਪਰ ਹਾਂ ਇੰਨਾ ਕੁ ਪਤਾ ਹੈ ਵੀ ਤਾਲ ਸੋਹਣਾ ਵੱਜਦਾ ਹੈ, ਰਿਦਮ ਸੋਹਣੀ ਵੱਜਦੀ ਹੈ। ਸੋਹਣੇ ਦਾ ਪਤਾ ਹੈ ਜਾਂ ਬੁਰੇ ਦਾ ਪਤਾ ਹੈ, ਨਹੀਂ ਪਤਾ ਕਦੋਂ ਕੀ ਵੱਜਣਾ ਚਾਹੀਦਾ ਸੀ ਤੇ ਉਹਨੇ ਵਜਾਉਣ ਵਾਲੇ ਦੇ ਨਾਲ ਕੀ ਗਾਇਆ ਤੇ ਕੀ ਗਵਾਇਆ। ਸਤਿਗੁਰੂ ਕਹਿੰਦੇ ਆ ਵੀ ਸਰੋਤੇ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਗਾਉਣ ਵਾਲਾ ਗੀਤ ਗਾਉਂਦਾ ਜਾਂ ਸ਼ਬਦ ਗਾਉਂਦਾ ਹੈ। ਉਹ ਸਿੱਠਣੀਆਂ ਤਾਂ ਨਹੀਂ ਦੇ ਰਿਹਾ ਵੀ ਤੂੰ ਆਪਣੇ ਘਰੇ ਬੈਠਾ ਸੁਣੀ ਜਾਂਦਾ, ਤੈਨੂੰ ਗਾਲਾਂ ਕੱਢੀ ਜਾਂਦੇ ਆ। ਹੁਣ ਜਾਗੋਆਂ ਜੀ ਨੇ ਚੱਲਦੀਆਂ, ਪਖੰਡ ਜਾ ਹੁੰਦਾ ਇੱਕ, ਹੁੰਦਾ ਕੀ ਆ, ਉਹ ਨਾਨਕਿਆਂ ਦਾਦਕਿਆਂ ਨੂੰ ਉਹ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ, ਜਿਹਨੂੰ ਸੁਣ ਕੇ ਵੀ ਸ਼ਰਮ ਆਉਂਦੀ। ਤੇ ਸਾਡੇ ਆ ਸਰਦਾਰ ਸਰਦਾਰਨੀਆਂ ਕਹਾਉਣ ਵਾਲੇ ਇਹ ਨੱਚ ਕੇ ਫੋਟੋਆਂ ਪਾਉਣਗੇ ਵੀ ਜਾਗੋ 'ਚ ਗਾਲਾਂ ਖਾਣ ਆਏ ਆ। ਸਾਡਾ ਨਾਮ ਗਵਾਂਢੀ ਤੋਂ ਗਾਲ ਨਹੀਂ ਖਾਂਦੇ, ਪਰ ਉੱਥੇ ਖਾ ਲੈਂਦੇ ਆ, ਕਿਉਂਕਿ ਢੋਲ ਵੱਜਦਾ ਹੈ। ਸਾਨੂੰ ਕੋਈ ਢੋਲ ਵਜਾ ਕੇ ਗਾਲਾਂ ਕੱਢੇ ਦਰਵਾਜ਼ੇ 'ਚੋਂ ਵਧੀਆ ਲੱਗਦਾ ਹੈ। ਕੋਈ ਬਿਨਾਂ ਢੋਲ ਤੋਂ ਆ ਕੇ ਓਏ ਕਹਦੇ ਮਾੜਾ ਜਿਹਾ ਗੱਡੀ ਚਲਾਉਂਦੇ ਥੱਲੇ ਲਾ ਲੈਂਦਾ। ਇਹ ਲਾਨਤ। ਸਤਿਗੁਰੂ ਕਹਿੰਦੇ ਐਸੇ ਲੋਕ ਨੇ ਜਿਨ੍ਹਾਂ ਨੇ ਸਿਰਫ ਤਾਲ ਵੇਖਿਆ। ਤਾਲ ਦੇ ਪਿੱਛੇ ਕੀ ਹੈ? ਹੁਣ ਸਿੱਠਣੀ ਕਿਹਨੂੰ ਕਹਿੰਦੇ? ਮਰਦ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਤੋੜਨ ਵਾਸਤੇ ਬਾਣੀ ਵਿੱਚ ਉਚਾਰਨ ਕੀਤੀਆਂ ਘੋੜੀਆਂ। ਜਿਨ੍ਹਾਂ ਨੇ ਬਾਣੀ ਪੜ੍ਹੀ ਉਹਨਾਂ ਨੂੰ ਪਤਾ ਹੈ ਸਤਿਗੁਰਾਂ ਨੇ ਘੋੜੀਆਂ ਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ। ਸਿੱਖਾ ਗੰਦੀਆਂ ਮੰਦੀਆਂ ਸਿੱਠਣੀਆਂ ਦੀਆਂ ਘੋੜੀਆਂ ਨਾ ਗਾਈ, ਰੱਬ ਦੇ ਗੀਤ ਘੋੜੀਆਂ ਗਾਇਆ। ਸਾਕਤ ਗੀਤ ਨਾਦ ਧੁਨ ਜੇਤੇ, ਬੋਲਤ ਬੋਲ ਅਜਾਏ। ਜੋ ਅਜਾਈ ਬੋਲਦੇ ਆ ਨਾ, ਬੇਵਜ੍ਹਾ ਬੋਲਦੇ ਆ, ਜਿਸ ਲਖਾਰੀ ਦਾ ਕੋਈ ਰਿਦਮ ਨਹੀਂ, ਕੋਈ ਭਾਵ ਨਹੀਂ, ਜੋ ਸਾਹਮਣੇ ਜੋੜ ਗਿਆ ਉਹਨੇ ਜੋੜ ਕੇ ਸੁਣਾਤਾ ਤੇ ਲੋਕਾਂ ਤਾਲ ਸੁਣ ਲਿਆ। ਮਰਦ ਕਹਿੰਦੇ ਇੱਕ ਸਰੋਤਾ ਕਾਗ ਬਸੁੰਡ ਜੀ ਇਹ ਹੈ ਜਿਹਨੂੰ ਸਿਰਫ ਤਾਲ ਤੱਕ ਮਤਲਬ ਹੈ, ਢੋਲ ਵੱਜਦਾ ਹੈ ਵਧੀਆ ਲੱਗਦਾ ਹੈ, ਪਰ ਨਹੀਂ ਪਤਾ ਉਹਦੇ ਵਿੱਚ ਕੀ ਸੁਣਾਇਆ ਗਿਆ ਏ। ਚਤਰਥ ਬਾਦਤ ਧੀ ਰਸ ਲਿਆ। ਕਹਿੰਦੇ ਚੌਥਾ ਕਿਹੜਾ ਹੈ? ਚੌਥਾ ਇਹ ਬਾਜੇ ਦਾ ਰਸ ਲੈਂਦਾ ਹੈ। ਬੜੇ ਸੁਣੇ ਹੋਣੇ ਤੁਸੀਂ, ਉਹ ਫਲਾੜੇ ਰਾਗੀ ਦਾ ਤੇ ਬਾਜਾ ਹੱਥਾਂ ਦੀ ਭੱਜਿਆ ਫਿਰਦਾ ਹੈ। ਢੋਲਕੀ ਵਾਲਾ ਰਲੇ ਨਾ ਰਲੇ, ਤਬਲੇ ਵਾਲਾ ਰਲੇ ਨਾ ਰਲੇ, ਕੋਈ ਮਤਲਬ ਨਹੀਂ, ਬਸ ਬਾਜਾ ਪੈ ਕਰਦਾ ਸਤਿਨਾਮ, ਉਹ ਰਾਗੀ ਕਹਿੰਦਾ। ਆਓ ਵਧੀਆ ਜੀ ਫਲਾਣੇ ਨੂੰ ਬੁੱਕ ਕਰਾਓ, ਉਹਦਾ ਪ੍ਰੋਗਰਾਮ ਕਰਾਓ, ਕਿਉਂਕਿ ਉਹ ਚੂੰ ਚਾਂ ਚੀ ਬਹੁਤ ਸੋਹਣੀ ਕਰ ਲੈਂਦਾ। ਤਬਲੇ ਵਾਲਾ ਕਦੇ ਕਿਸੇ ਨੇ ਕਿਹਾ ਵੀ ਫਲਾਣੇ ਨਾਲ ਤਬਲਾ ਬਹੁਤ ਸੋਹਣਾ ਵੱਜਦਾ ਜੀ, ਉਹ ਤਬਲਾ ਵਾਦਕ ਵੀ ਜਥੇ ਨਾਲ ਜ਼ਰੂਰ ਲੈ ਕੇ ਆਇਓ। ਤਾਲ ਦਾ ਹੀ ਨਹੀਂ ਪਤਾ, ਸੁਰ ਦਾ ਹੀ ਨਹੀਂ ਪਤਾ, ਰੌਲੇ ਦਾ ਪਤਾ। ਕਹਿੰਦੇ ਕਿਸੇ ਨੂੰ ਢੋਲਾਂ ਦੀ ਆਵਾਜ਼ ਪਸੰਦ ਹੈ, ਕਿਸੇ ਨੂੰ ਬਾਜੇ ਦੀ। ਸਾਡੇ ਸਾਰਿਆਂ ਦੇ ਅਲੱਗ-ਅਲੱਗ ਟੇਸਟ ਆ। ਕੋਈ ਕਹਿੰਦਾ ਮੈਨੂੰ ਢੱਡ ਸਰੰਗੀ ਵਧੀਆ ਲੱਗਦੀ ਹੈ ਮਿਊਜ਼ਿਕ ਵਿੱਚ, ਕੋਈ ਕਹਿੰਦਾ ਮੈਨੂੰ ਵਾਇਲਨ ਚੰਗੀ ਲੱਗਦੀ ਹੈ, ਕੋਈ ਕਹਿੰਦਾ ਮੈਨੂੰ ਗਿਟਾਰ ਚੰਗੀ ਲੱਗ ਰਹੀ ਹੈ, ਕੋਈ ਕਹਿੰਦਾ ਮੈਨੂੰ ਹਾਰਮੋਨੀਅਮ ਪਸੰਦ ਹੈ, ਕੋਈ ਕੈਸ਼ੀਓ ਦਾ ਦੀਵਾਨਾ ਹੈ। ਦੇਖੋ ਸਰੋਤੇ ਤੇ ਸਾਰੇ ਹੀ ਆ ਨਾ, ਕਿਸੇ ਨੂੰ ਕੱਲਾ ਢੋਲ, ਕਿਸੇ ਨੂੰ ਢੋਲ ਦੀ ਬੀਟ ਪਸੰਦ ਹੈ, ਕਿਸੇ ਨੂੰ ਕੁਛ ਪਸੰਦ ਹੈ, ਕੋਈ ਹਾਈ ਪਿਚ ਬੇਸ ਤੇ ਗਾਉਂਦਾ ਹੈ, ਬਹੁਤ ਵਧੀਆ ਲੱਗਦਾ ਹੈ। ਇਹ ਬਾਹਰ ਦੇ ਰਸ ਨੇ, ਅੰਦਰ ਦੇ ਰਸ ਨਹੀਂ ਹੈ। ਸਤਿਗੁਰੂ ਕਹਿੰਦੇ ਐਸੇ ਵੀ ਸਰੋਤੇ ਨੇ ਜੋ ਧਰਮ ਨਾਲ ਵੀ ਜੁੜੇ ਆ, ਸਮਾਜ ਨਾਲ ਵੀ ਜੁੜੇ ਹੁੰਦੇ ਨੇ। ਪੰਚਮ ਸ਼ਬਦ ਅਰਥ ਕੋ ਚੀਨਾ। ਪੰਜਵਾਂ ਸਰੋਤਾ ਉਹ ਹੈ ਸੁਰ ਵੀ ਜਾਣਦਾ ਹੈ, ਤਾਲ ਵੀ ਜਾਣਦਾ ਹੈ, ਰਾਗ ਵੀ ਜਾਣਦਾ ਹੈ, ਰਾਗਣੀ ਵੀ ਜਾਣਦਾ ਏ, ਉਹ ਗਿਆਨ ਵੀ ਰੱਖਦਾ ਹੈ ਤੇ ਉਹ ਗਾਏ ਹੋਏ ਸ਼ਬਦਾਂ ਦੀ ਵਿਚਾਰ ਵੀ ਸਮਝਦਾ ਹੈ। ਅੱਜ ਬੜੇ ਗੀਤ ਐਸੇ ਨੇ ਸਾਡੇ ਧੀ ਪੁੱਤ ਘਰੇ ਸੁਣਦੇ ਆ ਤੇ ਮਾਪੇ ਸੁਣ ਕੇ ਸ਼ਰਮਿੰਦੇ ਹੁੰਦੇ ਆ ਵੀ ਜੀ ਤੇ ਨੱਚਦੇ ਫਿਰਦੇ ਨੂੰ ਨਹੀਂ ਪਤਾ ਵੀ ਸਾਡੇ ਗਾਲਾਂ ਟੱਬਰ ਨੂੰ ਹੀ ਆ ਰਹੀਆਂ, ਸਾਡੀ ਆਪਣੀ ਬਦਨਾਮੀ ਹੋ ਰਹੀ ਹੈ। ਬਸ ਰੌਲਾ ਵਧੀਆ ਹੈ। ਗੁਰੂ ਸਾਹਿਬ ਕਹਿੰਦੇ ਭਾਈ ਧਰਮ ਦੀ ਦੁਨੀਆ ਦੇ ਵਿੱਚ ਇੱਕ ਪੰਜਵਾਂ ਸਰੋਤਾ ਏ ਜਿਹੜਾ ਸ਼ਬਦ ਦਾ, ਸੰਗੀਤ ਦਾ, ਵੈਰਾਗ ਦਾ, ਗਿਆਨ ਦਾ, ਹਰ ਚੀਜ਼ ਦਾ ਖਿਆਲ ਰੱਖਦਾ ਹੈ। ਤੇ ਜਿੱਥੇ ਪੰਜ ਚੀਜ਼ਾਂ ਇਕੱਠੀਆਂ ਹੋ ਗਈਆਂ ਆਨੰਦ ਬਣੂਗਾ ਨਹੀਂ ਬਣੂ। ਹੁਣ ਸਾਨੂੰ ਬਾਣੀ ਦੇ ਅਰਥਾਂ ਦਾ ਪਤਾ ਨਾ ਹੋਵੇ, ਸਿਰ ਹਿਲਾਈ ਜਾਂਦੇ ਆ ਵਾਹ 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 ਬੜਾ ਆਨੰਦ ਹੈ, ਉਹ ਗੱਲ ਨਹੀਂ ਬਣਦੀ।
ਜੇ ਤੁਹਾਨੂੰ ਅਰਥ ਪਤਾ ਨਹੀਂ ਨਾ, ਗੁਰਬਾਣੀ ਦੇ ਸ਼ਬਦ ਚੱਲ ਰਿਹਾ ਹੈ, ਅੱਖਾਂ 'ਚੋਂ ਹੰਝੂ ਆ ਜਾਣਗੇ ਸੁਣ ਕੇ, ਕਿਉਂਕਿ ਤੁਸੀਂ ਉਹ ਅਰਥ ਨੂੰ ਜਾਣਦੇ ਹੋ। ਅਰਥ ਤੁਹਾਨੂੰ ਝੰਜੋੜ ਰਹੇ ਆ ਵੀ ਉਹ ਮਨਾ ਮੇਰਿਆ ਤੂੰ ਕੀ ਕਰਦਾ, ਵੇਖ ਗੁਰੂ ਨੇ ਤੇਰੇ ਲਈ ਕੀ ਕੀਤਾ। ਗਿਆਨ ਆ ਨਾ। ਹੁਣ ਤੁਹਾਨੂੰ ਮੈਂ ਸ਼ਬਦ ਸੁਣਾਉਣਾ, ਮੰਨ ਲਓ ਤੁਹਾਨੂੰ ਉਹਦਾ ਗਿਆਨ ਨਹੀਂ ਹੈ, ਤੇ ਮੈਂ ਉੱਚੀ ਉੱਚੀ ਗਾਵਾਂ ਕਾਗਰਦੰ ਕਾਤੀ ਕਟਾਰੀ ਕੜਾਕੰ ਤਾਗਰਦੰ ਤੀਰੰ ਤੁਬਕੰ ਤੜਾਕੰ ਚਾਗਰਦੰ ਨਾਗਰਦੰ ਬਾਗਰਦੰ ਬਾਜੇ ਗਾਗਰਦੰ ਗਾਜੀ ਮਹਾਗਾਜ ਗਾਜੇ। ਦੱਸੋ ਪਿਆ ਜੀ ਪੱਲੇ ਕੁਛ? ਹੁਣ ਮੈਂ ਤੇ ਬੜਾ ਸੋਹਣਾ ਪੜ੍ਹਿਆ, ਰਿਦਮ 'ਚ ਪੜ੍ਹਿਆ, ਸੰਗੀਤ 'ਚ ਪੜ੍ਹਿਆ। ਜੇ ਹੁਣ ਤੁਹਾਡੇ ਪੱਲੇ ਕੱਖ ਨਹੀਂ ਪਿਆ, ਲੈ ਤਬਲਾ ਢੋਲਕੀ ਸ਼ੁਰੂ ਕਰ ਦਿੰਦੇ, ਨਾਲ ਤਬਲਾ ਵੱਜੂ, ਤੁਸੀਂ ਕਹਣਾ ਵਾਹ ਜੀ ਆਨੰਦ, ਵਾਹ ਜੀ ਬੜੀ ਸੋਹਣੀ ਭਾਈ ਸਾਹਿਬ ਤੁਹਾਡੀ ਦੇ। ਪਰ ਇਹ ਪਤਾ ਵੀ ਭਾਈ ਸਾਹਿਬ ਨੇ ਪੜ੍ਹਿਆ ਕੀ ਸੀ, ਉਹ ਨਹੀਂ ਸਮਝ ਆਇਆ। ਬੜੀ ਵਾਰ ਸ਼ਬਦ ਗਾਈਦੇ ਆ, ਸੁਣੀਦੇ ਆ, ਅਰਥਾਂ ਦਾ ਨਹੀਂ ਪਤਾ। ਕਹਿੰਦੇ ਪੰਜਵਾਂ ਸਰੋਤਾ ਉਹ ਹੈ ਜੋ ਸ਼ਬਦ ਅੱਧੇ ਨਾਲ ਸੁਰਤ ਜੋੜਦਾ ਹੈ। ਸੁਰਤ ਕਦੋਂ ਜੁੜੂਗੀ? ਜਿੱਦਣ ਤੁਹਾਨੂੰ ਸ਼ਬਦ ਦੀ ਵਿਚਾਰ ਦਾ ਪਤਾ ਹੋਏਗਾ। ਹੁਣ ਆਸਾ ਜੀ ਕੀ ਵਾਰ ਜਿਹਨੇ ਉਹਦੇ ਅਰਥ ਪੜ੍ਹੇ ਹੋਏ ਆ ਨਾ, ਜਦੋਂ ਸਵੇਰੇ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਆਉਂਦਾ ਹੈ, ਸੱਚੀ ਉਹ ਅਰਥ ਸਾਹਮਣੇ ਆਈ ਜਾਂਦੇ ਆ। ਇੱਕ ਤੇ ਸਕਰੀਨ ਤੇ ਆਉਂਦੇ ਆ ਨਾ, ਬਾਣੀ ਲਿਖੀ ਆ ਰਹੀ, ਉੱਥੇ ਪੜਾਂਗੇ, ਫਿਰ ਰਾਗੀ ਦਾ ਨਹੀਂ ਪਤਾ ਲੱਗਦਾ ਕੀ ਪੜ ਗਿਆ, ਕਿਹੜੀ ਪੰਕਤੀ ਤੇ ਚਲੇ ਗਏ। ਜਿਹਨੇ ਅਰਥ ਜਾਣ ਲਏ, ਬਾਣੀ ਦਾ ਸ਼ਬਦ ਕੰਨੀ ਪਿਆ, ਆਨੰਦ ਹੈ। ਮੁੱਖ ਵਾਕ ਕਿਤੇ ਕੋਈ ਗੁਰੂ ਦਾ ਪਿਆਰਾ ਲੈਂਦਾ ਹੈ, ਤੁਹਾਨੂੰ ਅਰਥਾਂ ਦੀ ਸਮਝ ਆ ਨਾ, ਤੁਹਾਡਾ ਸਿਰ ਹਿੱਲੇਗਾ ਅੰਦਰੋਂ, ਵਾਹ ਧੰਨ ਗੁਰੂ ਨਾਨਕ, ਕਮਾਲ ਕਰਦੀ ਤੁਸੀਂ, ਐਡੇ ਮਹਾਨ ਗੁਰੂ। ਅਰਥਾਂ ਦਾ ਨਹੀਂ ਪਤਾ, ਠੀਕ ਹੈ, ਮੁੱਖ ਵਾਕ ਹੈ, ਮੁੱਖ ਵਾਕ ਹੈ, ਫਤਿਹ ਜੀ। ਸਤਿਗੁਰੂ ਕਹਿੰਦੇ ਪੰਜਵਾਂ ਸਰੋਤਾ ਵੱਡਾ ਮੰਨਿਆ ਜਾਂਦਾ ਹੈ, ਜਿਹਨੂੰ ਅੰਦਰ ਦਾ ਗਿਆਨ ਹੁੰਦਾ ਏ। ਆਤ ਪਰਜ ਸਮਝਤ ਪਰਬੀਨਾ। ਕਹਿੰਦੇ ਫੇਰ ਸਿਆਣਾ ਕੌਣ ਹੈ? ਜਿਹਨੇ ਇਸ ਸ਼ਬਦ ਦੀ ਵਿਚਾਰ ਨੂੰ ਜਾਣਿਆ, ਖਿਆਲ ਨੂੰ ਜਾਣਿਆ, ਵਿਵੇਕ ਨੂੰ ਜਾਣਿਆ। ਧਿਆਨ ਉਹਦਾ ਜ਼ਿਆਦਾ ਲੱਗੂ ਜਾਂ ਜਿਹੜਾ ਇਕੱਲਾ ਢੋਲ ਨਾਲ ਜੁੜਿਆ ਉਹਦਾ ਲੱਗੂਗਾ? ਲੱਗਣਾ ਉਸੇ ਦਾ ਜੋ ਅਰਥਾਂ ਨੂੰ ਜਾਣਦਾ ਏ। ਸੋ ਸਭ ਹਿਨ ਤੇ ਲਖੋ ਮਹਾਨਾ, ਅਰਥ ਸਮਝ ਕੇ ਗੁਣਤ ਸੁਜਾਨਾ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਕਾਗ ਬਸੁੰਡ ਜੀ ਮਹਾਨ ਉਹ ਹੈ ਜਿਹੜਾ ਅਰਥਾਂ ਨੂੰ ਸਮਝ ਕੇ ਗਾਉਂਦਾ ਤੇ ਸੁਣਦਾ ਹੈ। ਉਹ ਰਸ ਬਣ ਰਿਹਾ, ਪੱਲੇ ਉਹਦੇ ਪੈਂਦਾ ਏ। ਜਾਤੇ ਹੋ ਸਭ ਵਿਖੇ ਵਡੇਰੇ, ਸਮਝ ਅਰਥ ਸੁਖ ਪਾਏ ਕਨੇਰੇ। ਭਾਈ ਜਿਹਨੇ ਅਰਥਾਂ ਨੂੰ ਸਮਝਿਆ ਉਹ ਸਾਰਿਆਂ ਤੋਂ ਵੱਡਾ ਹੈ, ਸਾਰਿਆਂ ਤੋਂ ਮਹਾਨ ਹੈ। ਅਰਥ ਕੀ ਹੈ? ਸੜਕ ਤੇ ਲਿਖਿਆ ਹੈ ਸਟਾਪ, ਠਹਿਰੋ, ਫਿਰ ਲਿਖਿਆ ਲੁਕ, ਵੇਖੋ, ਉਹ ਤੋਂ ਬਾਅਦ ਕੀ ਲਿਖਿਆ ਹੁੰਦਾ? ਤੀਜਾ ਸ਼ਬਦ ਗੋ, ਚਲੋ, ਰੁਕੋ, ਸੱਜੇ ਖੱਬੇ ਦੇਖੋ, ਚਲੋ। ਪਤਾ ਮੈਨੂੰ ਵੀ ਹੈ, ਪਤਾ ਤੁਹਾਨੂੰ ਵੀ ਹੈ। ਮੇਰੇ ਕੋਲ ਸੀ ਸਕੂਟਰ, ਮੇਰੇ ਕੋਲ ਸੀ ਕਾਰ, ਮੈਂ ਕੁਛ ਨਹੀਂ ਵੇਖਿਆ, ਮੈਂ ਕਿਹਾ ਸ਼ੇਰ ਬਣ ਜਾ। ਤਿੰਨ ਚੀਜ਼ਾਂ ਲਿਖੀਆਂ ਅਲੱਗ-ਅਲੱਗ ਰੰਗਾਂ 'ਚ, ਵੀ ਰੁਕ ਜਾ, ਵੇਖ ਲਾ, ਚੱਲ ਲੰਘ ਗਏ। ਫਿਰ ਕੀ ਹੋਇਆ? ਕਿਸੇ ਨੇ ਸ਼ੇਰ ਦੀ ਬਿੱਲੀ ਬਣਾਤੀ, ਆਖੋ ਸਤਿਨਾਮ, ਉਹ ਮਰਿਆ ਚਲਾ ਕੇ ਪਰਲੇ ਪਾਸੇ। ਵੇਖਿਆ ਏ, ਪੜ੍ਹਿਆ ਪਰ ਵਿਚਾਰਿਆ ਨਹੀਂ। ਸੋਚ ਲੈਂਦੇ ਵੀ ਇੱਥੇ ਕਿਉਂ ਲਿਖਿਆ ਹੋਇਆ। ਤੁਸੀਂ ਕਿਸੇ ਸ਼ਹਿਰ ਨੂੰ ਜਾ ਰਹੇ ਹੋ, ਉੱਥੇ ਲਿਖਿਆ ਸੱਜੇ ਮੁੜੋ, ਟਰਨ ਲੈ ਲਓ, ਤੁਹਾਡਾ ਨੈਵੀਗੇਟਰ ਵੀ ਬੋਲਦਾ ਨਾਲ ਦੀ ਨਾਲ, ਪਰ ਅਸੀਂ ਨਹੀਂ ਸੁਣਨਾ, ਇੱਥੇ ਬਕਵਾਸ ਕਰਦੇ। ਅਸੀਂ ਆਏ ਗਲਤ ਲੈ ਕੇ ਆਵੇਂ, ਮੇਰੇ ਵਰਗੇ ਸਿੱਧਾ ਕਿੱਥੇ ਜਾਓਗੇ? ਕਿਸੇ ਗਲਤ ਪਿੰਡ ਮੁੜ ਕੇ ਆਓਗੇ। ਮਰਦ ਕਹਿੰਦੇ ਭਾਈ ਕੱਲਾ ਪੜ੍ਹਨਾ ਨਹੀਂ, ਬਾਣੀ ਪੜ੍ਹੀ ਚੱਲੋ, ਪੜ੍ਹੀ ਚੱਲੋ, ਪੜ੍ਹੀ ਚੱਲੋ, ਅਰਥ ਸਮਝੇ ਨਹੀਂ ਕਰਦੇ। ਸਤਿਗੁਰ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਸਮਝਣ ਲਈ ਮੈਂ ਬੇਨਤੀ ਕਰਦਾ, ਜੇ ਪੱਲੇ ਕੁਛ ਪਏ ਵੀ ਪਰਾਇਆ ਹੱਕ, ਸਤਿਗੁਰੂ ਆਖਦੇ ਆ ਵੀ ਸੂਰ ਖਾਣ ਦੇ ਬਰਾਬਰ ਹੈ, ਮਾਸ ਗਾਂ ਦਾ ਖਾਣ ਦੇ ਬਰਾਬਰ ਹੈ। ਮੈਂ ਬੜਾ ਸੋਹਣਾ ਪੜ੍ਹਿਆ, ਸੁਣਨ ਵਾਲੇ ਨੇ ਬੜਾ ਆਨੰਦ ਮਾਣਿਆ, ਪਰ ਬਾਅਦ ਚੋਂ ਕਹਿੰਦਾ ਓਏ ਲੁੱਟ ਲਾ, ਇੱਥੇ ਜੇ ਮੌਕਾ ਮਿਲਦਾ ਨਾ, ਆ ਬੰਦੇ ਕੋਲ ਪੈਸੇ ਬੜੇ ਆ, ਫਾਇਦਾ ਹੈ ਕੋਈ? ਸੁਣਿਆ ਵੀ ਹੈ, ਗਾਇਆ ਵੀ ਰੇਗਟੋਨ ਵੀ ਲਾਈ ਫਿਰਦਾ, ਪਰ ਵਿਚਾਰਿਆ ਨਹੀਂ। ਜਿਹਨੇ ਸੁਣ ਕੇ ਵਿਚਾਰ ਲਿਆ, ਸਤਿਗੁਰੂ ਕਹਿੰਦੇ ਅੰਦਰ ਵਿਵੇਕ ਹੋ ਗਿਆ। ਕਾਗ ਪਸੁੰਡ ਜੀ ਉਹ ਸਰੋਤਾ ਜੱਗ ਵਿੱਚ ਪੂਜਣ ਲਾਇਕ ਹੈ, ਉਹ ਸਾਰਿਆਂ ਤੋਂ ਵੱਡਾ ਸਰੋਤਾ ਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਪਦੇਸ਼ ਦਿੰਦੇ, ਉਪਦੇਸ਼ਕ ਨੇ ਨਾ, ਜਦੋਂ ਭਾਈ ਮਰਦਾਨਾ ਸ਼ਬਦ ਪੜ੍ਹਦੇ ਆ, ਸਤਿਗੁਰੂ ਸਰੋਤਾ ਬਣ ਕੇ ਸੁਣਦੇ ਆ, ਕਿਉਂਕਿ ਸੁਣਨ ਵਾਲੇ ਅੰਦਰ ਹਉਮੈ ਨਹੀਂ ਰਹਿੰਦੀ। ਨੀਵਾਂ ਹੋ ਕੇ ਜੋ ਸੁਣਦਾ ਤੇ ਵਿਚਾਰਦਾ ਏ, ਉਹ ਵੱਡਾ ਤੇ ਮਹਾਨ ਸਰੋਤਾ ਮੰਨਿਆ ਜਾਂਦਾ ਏ। ਪ੍ਰੇਮ ਭਗਤ ਮੇਹ ਨਿਤ ਮਨ ਲੀਨਾ,
ਚਰੰਜੀਵ ਹੋ ਅਦਕ ਪਰ ਬੀਨਾ। ਸਾਹਿਬ ਕਹਿੰਦੇ ਤੁਸੀਂ ਉਹ ਸਰੋਤੇ ਹੋ ਜੋ ਚਿਰੰਜੀਵੀ ਹੋ, ਲੰਮੇ ਸਮੇਂ ਤੋਂ ਜਿਉਣ ਵਾਲੇ ਹੋ, ਕਿਉਂਕਿ ਪ੍ਰੇਮਾ ਭਗਤੀ ਕਰਦੇ। ਪ੍ਰੇਮਾ ਭਗਤੀ ਸ਼ਬਦ ਆਪ ਜੀ ਬਾਰ-ਬਾਰ ਸੁਣਦੇ ਹੋ ਰੱਬ ਦੇ ਪਿਆਰਿਆਂ ਕੋਲੋਂ, ਸੰਤਾਂ ਮਹਾਂਪੁਰਖਾਂ ਕੋਲੋਂ, ਗੁਰਸਿੱਖਾਂ ਕੋਲੋਂ। ਅਸਲ 'ਚ ਹੈ ਕੀ ਹੈ? ਜਿਹਦੇ 'ਚ ਆ 5 ਗੁਣ ਨੇ ਸਰੋਤਿਆਂ ਦੇ। ਸੁਣਨਾ ਤੇ ਬੜੀ ਸ਼ਰਧਾ ਨਾਲ, ਭਾਵਨਾ ਨਾਲ, ਪ੍ਰੇਮ ਨਾਲ, ਵਿਚਾਰ ਕੇ, ਗਿਆਨ ਨਾਲ। ਵੀ ਕਿਤੇ ਗਾਉਣ ਵਾਲਾ ਲਗ ਮਾਤਰ ਵੱਧ ਤੇ ਨਹੀਂ ਕੋਲੋਂ ਲਾਈ ਜਾਂਦਾ, ਐਵੇਂ ਤਾਂ ਨਹੀਂ ਸੁਣਾਈ ਜਾਂਦਾ। ਕੋਈ ਭਾਵ ਹੈ ਇਹਦਾ? ਗੱਲ ਸਮਝ ਆਉਂਦੀ ਕਿਤੇ? ਸਤਿਗੁਰੂ ਕਹਿੰਦੇ ਤੁਸੀਂ ਮਹਾਨ ਹੋ ਜਿਨ੍ਹਾਂ ਨੇ ਭਾਈ ਮਰਦਾਨਾ ਜੀ ਦੀ ਰਸਨਾ ਦੇ ਬਚਨਾਂ ਨੂੰ ਸੁਣਿਆ, ਸੁਣ ਕੇ ਵਿਚਾਰਿਆ ਵੀ ਜਿਹੜਾ ਸ਼ਬਦ ਇਹਨਾਂ ਨੇ ਗੁਰਬਾਣੀ ਵਿੱਚ ਗਾਇਆ ਉਹ ਅੰਦਰ ਦੇ ਬਾਣ ਮਾਰਦਾ ਏ, ਉਹ ਹਿਰਦੇ ਨੂੰ ਸਮਝਾਉਂਦਾ ਏ। ਅਰਥ ਵਿਚਾਰ ਜੋ ਹਿਤ ਲਾਏ, ਸੋ ਸਰੋਤਾ ਰਸ ਸੋ ਤ੍ਰਿਪਤਾਏ। ਸਤਿਗੁਰੂ ਆਖਦੇ ਮਹਾਂਪੁਰਖੋ ਸਰੋਤਾ ਵੱਡਾ ਗਿਣਿਆ ਜਾਂਦਾ ਜੋ ਅਰਥ ਵਿਚਾਰ ਕੇ ਰਸ ਮਾਣਦਾ। ਰਸ ਗੁਰਬਾਣੀ ਦੇ ਅਰਥਾਂ ਦਾ ਜਿਹੜਾ ਆਨੰਦ ਤੇ ਰਸ ਆ ਨਾ, ਉਹ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਪਰ ਕਦੋਂ ਹੈ? ਜਦ ਅਰਥ ਪ੍ਰੇਮ ਨਾਲ ਬਾਝੇ ਹੋ, ਸ਼ਰਧਾ ਦੇ ਵਿਸ਼ੇ ਨਾਲ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਕਹਿੰਦੇ ਤੁਸੀਂ ਅਰਥ ਸਮਝੇ ਆ, ਤਾਂ ਹੀ ਕਿਹਾ ਸੀ ਨਾ ਕਾਗ ਬਸੁੰਡ ਨੇ, ਬਾਬਾ ਤੁਹਾਡੇ ਇਸ ਅੰਮ੍ਰਿਤ ਬਚਨ ਨੂੰ ਸੁਣ ਕੇ ਜਿਹਨੇ ਸੁਣ ਲਿਆ ਨਾ, ਜਨਮ ਜਨਮ ਕੱਟਿਆ ਜਾਏਗਾ, ਜਨਮ ਮਰਨ ਤੋਂ ਨਿਸਤਾਰਾ ਹੋਵੇਗਾ। ਔਰ ਜੇ ਸਰੋਤਾ 4 ਪ੍ਰਕਾਰੇ, ਸ਼ੀਲਰ ਖਾਨ ਵਿਖੇ ਹਿਤ ਧਾਰੇ। ਸਤਿਗੁਰੂ ਕਹਿੰਦੇ ਮਹਾਂਪੁਰਖੋ ਜਿਹੜੇ 4 ਤਰ੍ਹਾਂ ਦੇ ਸਰੋਤੇ ਰਹਿ ਗਏ, ਪੰਜਵਾਂ ਤੇ ਮਹਾਨ ਸੀ ਨਾ, ਜਿਹਨੇ ਵਿਚਾਰ ਕੀਤੀ ਤੇ ਪ੍ਰੇਮ ਕੀਤਾ, ਵੱਡਾ ਸੀ ਨਾ ਉਹ। ਜਿਹੜੇ 4 ਸੀ ਗੁਰੂ ਸਾਹਿਬ ਕਹਿੰਦੇ ਉਹ ਪਤਾ ਕਿਹੜੇ ਆ? ਮੂੰਗਫਲੀ ਖਾ ਗਿਆ ਪੰਜਵਾਂ ਸਰੋਤਾ, ਬਾਕੀ ਛਿਲਕਿਆਂ ਤੇ ਪਹਿਰਾ ਦਿੰਦੇ ਰਹੇਗਾ ਸਤਿਨਾਮ। ਉਹ ਛਿਲਕੇ ਖਾਣ ਤੇ ਜ਼ੋਰ ਲਾਇਆ ਹੋਇਆ, ਕੇਲੇ ਕੋਈ ਖਾ ਗਿਆ, ਛਿਲਕੇ ਕੋਈ ਖਾ ਗਿਆ। ਫੋਕਟ ਤੇ ਕਿਹੜਾ ਫੋਕਟ? ਕੱਲਾ ਢੋਲ ਸੁਣਨਾ, ਕੱਲੀ ਬੀਟ ਸੁਣੀ ਜਾਣੀ, ਕੱਲੀ ਉੱਚੀਆਂ ਆਵਾਜ਼ਾਂ ਚੀਕਾਂ ਸੁਣੀ ਜਾਣੀਆਂ, ਵਿਆਹ ਬੜਾ ਸੋਹਣਾ, ਆਨੰਦ ਆ ਗਿਆ ਜੀ, ਕਮਾਲ ਹੋ ਗਈ। ਜਿਹਦਾ ਆਨੰਦ ਸਾਨੂੰ ਅੱਜ ਆਉਂਦਾ, ਚੌਥੇ ਦਿਨ ਬਾਅਦ ਉਹ ਚੰਗੇ ਨਹੀਂ ਲੱਗਦਾ, ਮੂੰਹ ਚੋਂ ਬਾਹਰ ਹੁੰਦਾ। ਫੋਕਟ ਆ ਨਾ। ਸਤਿਗੁਰੂ ਕਹਿੰਦੇ ਜਿਹਨੇ ਵਿਚਾਰ ਨਹੀਂ ਕੀਤੀ, ਪ੍ਰੇਮ ਨਹੀਂ ਨਾ ਕੀਤਾ ਬਾਣੀ ਨਾਲ, ਬਚਨਾਂ ਨਾਲ, ਸੁਣਨ ਵਾਲਿਆਂ ਨਾਲ, ਉਹ 4 ਤਰ੍ਹਾਂ ਦੇ ਸਰੋਤੇ ਰਿਜੈਕਟ ਨੇ, ਫੋਕਟ ਨੇ। ਇਹ ਕਹਿ ਲਓ ਵੀ ਉਹ ਡਸਟਬਿਨ ਦੇ ਉਪਰ ਨੇ, ਉਹ ਤੋਂ ਵੱਧ ਕੁਝ ਨਹੀਂ ਹੈ। ਉਹ ਖਾਲੀ ਹਨ। ਫੋਕਟ ਕੇ ਰਸ ਮੇ ਫਸ ਗਏ, ਅੰਤਰ ਰਸ ਨਹੀਂ ਕੀਨਤ ਭਏ। ਉਹਨਾਂ ਨੇ ਅੰਦਰ ਦਾ ਰਸ ਜਾਣਿਆ ਨਹੀਂ, ਛਿਲਕੇ ਦਾ ਰਸ ਮਾਣੀ ਜਾਂਦੇ। ਹੁਣ ਜਿਹੜੀ ਖੁਸ਼ਬੂ ਸੰਤਰੇ ਚੋਂ ਆਉਂਦੀ ਹੈ, ਕਿੰਨੂ ਚੋਂ ਆ ਰਹੀ ਹੈ, ਉਹਦਾ ਛਿਲਕਾ ਸੁੰਘ ਕੇ ਵੇਖੋ, ਤੁਸੀਂ ਦੱਸ ਦੋਗੇ ਵੀ ਵਾਹ ਕਿਸੇ ਨੇ ਕਿੰਨੂ ਛਿਲਿਆ ਹੈ, ਸੰਤਰਾ ਛਿਲਿਆ। ਖੁਸ਼ਬੂ ਤੇ ਉਧਰੋਂ ਵੀ ਆ ਰਹੀ ਹੈ, ਮਹਿਕ ਆਉਂਦੀ ਹੈ, ਪਰ ਰਸ ਕਿਹਨੇ ਮਾਣਿਆ? ਜਿਹਨੇ ਉਹਦਾ ਜੂਸ ਪੀਤਾ ਹੈ, ਰਸ ਤੇ ਉਹ ਮਾਣਦਾ ਨਾ। ਛਿਲਕੇ ਵਾਲਾ ਤੇ ਜੇ ਚੱਬੂਗਾ, ਖੁਸ਼ਬੂ ਤੇ ਆਉਂਦੀ ਹੈ, ਕੌੜਾ ਮੂੰਹ ਹੋਏਗਾ। ਸਤਿਗੁਰੂ ਕਹਿੰਦੇ ਭਾਈ ਜਿਨ੍ਹਾਂ ਨੇ ਰਸ ਜਾਣਿਆ ਏ, ਵਿਚਾਰ ਦਾ, ਰਾਗ ਦਾ, ਗਿਆਨ ਦਾ, ਕਹਿੰਦੇ ਉਹਨਾਂ ਕੋਲ ਤੇ ਆ ਗਿਆ ਅੰਮ੍ਰਿਤ। ਬਾਕੀ ਜਿਨ੍ਹਾਂ ਨੇ ਸਿਰਫ ਢੋਲਾਂ ਵੱਲ ਹੀ ਧਿਆਨ ਦਿੱਤਾ ਹੈ, ਬਾਜਿਆਂ ਵੱਲ ਧਿਆਨ ਦਿੱਤਾ ਹੈ, ਜਿਨ੍ਹਾਂ ਨੇ ਬੀਟਾਂ ਵੱਲ ਧਿਆਨ ਦਿੱਤਾ, ਕਿਉਂਕਿ ਅੱਜ ਕੱਲ੍ਹ ਵੀਟ ਦਾ ਜ਼ਮਾਨਾ ਚੱਲਦਾ। ਮੈਂ ਕਹਿੰਦਾ ਜਿਹਨੂੰ ਮਰਜ਼ੀ ਆ ਬੇਰੁਜ਼ਗਾਰ ਨੇ ਅੱਜ ਜ਼ਿਮੀਂਦਾਰਾਂ ਦੇ ਪੁੱਤ, ਕੀ ਕਰਦੇ ਹੋ? ਗੀਤ ਲਿਖਦਾ। ਦੂਜਾ ਤੂੰ ਕੀ ਕਰਦਾ ਹੈ? ਬਸ ਜੀ ਇੱਕ ਕੈਸਟ ਕੱਢੀ ਹੈ, ਕਲਾਕਾਰ। ਤੀਜਾ ਕੰਮ ਕੀ ਹੈ? ਕੈਨੇਡਾ ਚੱਲਿਆ, ਸਤਿਨਾਮ। ਆਈ ਪ੍ਰਾਪਤੀਆਂ ਹੋਰ ਤੇ ਹੈ ਹੀ ਕੁਛ ਨਹੀਂ, ਨਾ ਕੋਈ PhD ਹੈ, ਨਾ ਕੋਈ ਸਟੱਡੀ ਹੈ, ਨਾ ਕੋਈ ਵਿਦਿਆ ਹੈ। ਆਈਲੈਟਸ ਕਰ ਰਹੇ ਆ ਜੀ, ਬਾਹਰ ਚੱਲੇ ਆ ਜੀ, ਕਲਾਕਾਰ ਆ ਜੀ, ਸਿਰਫ ਇਹਦੇ ਗੜੇ ਆ, ਹੋਰ ਤੇ ਕੁਛ ਨਹੀਂ ਹੈ ਬੱਲੇ। ਗੁਰੂ ਨਾਨਕ ਸਾਹਿਬ ਉਹੀ ਦੱਸਦੇ ਆ, ਕਹਿੰਦੇ 4 ਪ੍ਰਕਾਰ ਦੇ ਸਰੋਤੇ ਸੁਣਨ ਵਾਲੇ ਸਿਰਫ ਕੰਨ ਰਸ ਲੈਂਦੇ ਆ, ਕੰਨਾਂ ਦਾ ਹੀ ਮਜ਼ਾ ਉਹਨਾਂ ਕੋਲੇ। ਇਹੀ ਆਨੰਦ ਹੈ, ਅੰਦਰ ਦੀ ਸੋਝੀ ਕੋਈ ਨਹੀਂ। ਸਤ ਸੰਗਤ ਕੋ ਰਸ ਤੁਮ ਚੀਨੋ, ਵੱਡ ਚਰੰਜੀਵੇ ਪਦ ਕੋ ਲੀਨੋ। ਪਰ ਤੁਸੀਂ 5ਵੇਂ ਸਰੋਤਿਆਂ ਚੋਂ ਮਹਾਨ ਸਰੋਤੇ ਹੋ। ਸਤ ਸੰਗਤ ਵਿੱਚ ਬੈਠ ਕੇ ਸੁਣਿਆ ਏ, ਸਤ ਸੰਗ ਵਿੱਚ ਬਹਿ ਕੇ ਕੀਰਤਨ ਸੁਣਨ ਵਾਲਾ, ਨੇਤਰ ਬੰਦ ਕਰਕੇ ਆਨੰਦ ਮਾਣਨ ਵਾਲਾ, ਕਥਾ ਸੁਣਨ ਵਾਲਾ, ਬਾਣੀ ਸੁਣਨ ਵਾਲਾ ਅਸਲ ਸਰੋਤਾ ਹੈ। ਹੁਣ ਇੱਥੇ ਕਿਸੇ ਨੂੰ ਪੁੱਛੋ ਉਹ ਗੁਰਦੁਆਰੇ ਆ ਕੇ ਰਹਿ ਰਾ ਸੁਣ ਲਿਆ ਕਰ, ਕਹਿੰਦਾ ਨਹੀਂ ਮੇਰੇ ਫੋਨ 'ਚ ਹੈਗੀ ਹੈ। ਫੋਨ 'ਚ ਤੇ ਸਾਰਾ ਕੁਛ ਹੀ ਹੈ। ਫੋਨ 'ਚ ਤੇ ਪਰਿਵਾਰ ਦੀਆਂ ਵੀ ਫੋਟੋਆਂ ਨੇ ਲੈ ਕੇ ਬੈਠਾ ਰਿਹਾ ਘਰ। ਕਿਉਂ ਮਿਲਦਾ ਘਰੇ? ਕਿਉਂ ਜਾਣਾ ਮਾਂ ਕੋਲ? ਕਿਉਂ ਜਾਣਾ ਪਿਓ ਕੋਲ? ਫੋਨ 'ਚ ਸਾਰੇ ਤੇ ਬੈਠੇ ਆ।
ਕੀ ਲੋੜ ਪਈ ਹੈ? ਫੋਨ 'ਚ ਹੀ ਹੈ ਜੀ ਸਾਰਾ ਕੁਝ। ਫਿਰ ਫੋਨ 'ਚ ਤੇ ਪੈਸੇ ਵੀ ਆ, ਏਟੀਐਮ ਪੇਟੀਐਮ ਵੀ ਹੈ, ਕਿਉਂ ਜੇਬ 'ਚ ਪਰਸ ਪਾਈ ਫਿਰਦਾ ਹੈ? ਬਸ ਜਿਹੜੇ ਸਾਡੇ ਮਤਲਬ ਦੀ ਗੱਲ ਆ ਕੋਲੇ ਰੱਖ ਲਓ, ਬਾਕੀ ਛੱਡ ਦਿਓ, ਸੁਭਾਅ ਦਿੱਤੀ। ਮਹਾਰਾਜ ਕਹਿੰਦੇ ਤੂੰ ਸਤ ਸੰਗੀ ਹੈ। ਵੇਖੋ ਜੀ ਦਰਬਾਰ ਸਾਹਿਬ ਸੱਚਖੰਡ ਸਾਹਿਬ ਤੋਂ ਰੋਜ਼ ਰਹਿਰਾਸ ਸਾਹਿਬ ਹੁੰਦੀ ਹੈ, ਆਸਾ ਜੀ ਕੀ ਵਾਰ ਹੁੰਦੀ ਹੈ। ਹੁਣ ਜੇ ਸਾਰੀ ਦੁਨੀਆ ਉੱਧਰ ਹੋ ਜੇ ਫਿਰ ਤੇ ਲੋਕਲ ਗੁਰਦੁਆਰੇ 'ਚ ਜਾ ਹੀ ਨਾ ਹੋਈ। ਜਾਣਾ ਕਿਉਂ ਪੈਣਾ ਹੈ? ਕਿਉਂਕਿ ਸਤ ਸੰਗ ਉਹ ਹੈ ਜਿੱਥੇ ਤੁਸੀਂ ਫਿਜ਼ੀਕਲ ਬਾਡੀ ਨਾਲ ਆਉਂਦੇ ਹੋ, ਮਨ ਕਰਕੇ ਜੁੜੇ ਹੋਏ ਹੋ। ਜਿੱਥੇ ਤਨ ਕਰਕੇ ਮਨ ਕਰਕੇ ਹਾਜ਼ਰੀ ਭਰਦੇ ਹੋ, ਆਨੰਦ ਹੀ ਆਨੰਦ ਵਰਤਦਾ, ਕਿਉਂਕਿ ਗੁਰੂ ਸਾਹਮਣੇ ਬੈਠੇ ਆ। ਪਾਤਸ਼ਾਹ ਕਹਿੰਦੇ ਤੁਸੀਂ ਲੰਬੀਆਂ ਉਮਰਾਂ ਭੋਗ ਰਹੇ ਹੋ, ਪਰ ਸਤ ਸੰਗੀ ਹੋ, ਸਤ ਸੰਗ ਕਰਦੇ ਹੋ। ਅਸੀਂ ਤੁਹਾਨੂੰ ਆਪ ਵੇਖਿਆ। ਇਹ ਨਹੀਂ ਵੀ ਉਹ ਗੁਰੂ ਸਾਹਿਬ ਨੂੰ ਵੇਖ ਕੇ ਸਤਸੰਗ ਸ਼ੁਰੂ ਕਰ ਲਿਓ ਨੇ, ਕੀਰਤਨ ਸ਼ੁਰੂ ਕਰੋ ਬਾਬਾ ਜੀ ਨਾ। ਬੜੇ ਅਦਬ ਤੇ ਪ੍ਰੇਮ ਦੇ ਨਾਲ ਤੁਸੀਂ ਰੱਬ ਦੇ ਰੰਗਾਂ ਵਿੱਚ ਬੈਠੇ ਸੀ। ਸੋਹਣੇ ਵਿਸਰਾਉਣ ਵਿਖੇ ਮਰਦਾਨਾ, ਹਿਤ ਬੂਜਨ ਕੇ ਬਚਨ ਬਖਾਨਾ। ਜਦੋਂ ਕਹਿੰਦੇ ਭਾਈ ਮਰਦਾਨਾ ਜੀ ਨੇ ਬਚਨ ਸੁਣੇ ਨਾ, ਫਿਰ ਸਤਿਗੁਰਾਂ ਨੂੰ ਸਵਾਲ ਕਰਕੇ ਪੁੱਛਦੇ, ਕਹਿੰਦੇ ਬਾਬਾ ਜੀ ਇਹਨਾਂ ਬਾਰੇ ਅਸੀਂ ਕੁਝ ਜਾਣਨਾ ਚਾਹੁੰਦੇ ਹਾਂ, ਸਾਡੇ ਤੇ ਕਿਰਪਾ ਕਰੋ। ਲਿਖ ਜੀ ਉਚਰੋ ਬੈਸ ਪਰਮਾਨੇ, ਤੁਮ ਦੇਖਤ ਜੁਗ ਕਿਤਕ ਬਹਾਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਆਪ ਹੀ ਪੁੱਛ ਲੈ। ਭਾਈ ਮਰਦਾਨਾ ਪੁੱਛਦੇ, ਕਹਿੰਦੇ ਰਿਸ਼ੀ ਜੀ ਤੁਹਾਡੀ ਉਮਰ ਕਿੰਨੀ ਹੈ? ਬੜੀ ਲੰਬੀ ਉਮਰ ਲੱਗਦੀ ਤੁਹਾਡੀ, ਹਜ਼ਾਰਾਂ ਸਾਲ ਵੱਧ ਹੋਏਗੀ, ਕਿਉਂਕਿ ਹਜ਼ਾਰਾਂ ਸਾਲ ਤੇ ਸਿੱਧ ਚੱਕੀ ਫਿਰਦੇ ਸੀ, ਉਮਰਾਂ ਲੱਖਾਂ ਕੁ ਸਾਲਾਂ ਦੀ ਹੋਣੀ ਹੈ। ਕਿਰਪਾ ਕਰਕੇ ਆਪਣੀ ਜ਼ਿੰਦਗੀ ਦੇ ਕੁਝ ਪਹਿਲੂਆਂ ਦੇ ਬਾਰੇ ਸਾਨੂੰ ਜਾਣਕਾਰੀ ਦਿਓ, ਅਸੀਂ ਜਾਣਨਾ ਚਾਹੁੰਦੇ ਹਾਂ। ਕਾਖ ਪਸੁੰਡ ਬਚਨ ਤਬ ਕਹੈ, ਅਪਰਮਾਨ ਬੈਸ ਮਮ ਆਹੈ। ਕਾਗ ਪਸੁੰਡ ਕਹਿੰਦੇ ਧਰਤੀ ਦੀ ਗਤੀ ਮਿਣੀ ਜਾ ਸਕਦੀ, ਸਮੁੰਦਰਾਂ ਦਾ ਪਾਣੀ ਮਿਣਿਆ ਜਾ ਸਕਦਾ। ਮਰਦਾਨਿਆ ਮੇਰੀ ਉਮਰ ਗਿਣੀ ਨਹੀਂ ਜਾ ਸਕਦੀ। ਆਖੋ ਸਤਿਨਾਮ। ਅਨਲਿਮਟਿਡ ਵੀ ਆਪਾਂ ਕੋਈ ਚੀਜ਼ ਲਈਏ ਨਾ, ਕੋਈ ਨਾ ਕੋਈ ਲਿਮਟ ਹੁੰਦੀ ਉਹਦੀ। ਮੰਨ ਲਓ ਫੋਨ 'ਚ ਡੇਟਾ ਚੱਲਦਾ ਅਨਲਿਮਟਿਡ, ਉਹ ਵੀ 5-7 GB ਵੱਧ ਲੁੱਟ ਜਾਂਦਾ ਹੈ ਇੱਕ ਦਿਨ 'ਚ। ਉਹ ਕਹਿੰਦੀ ਮੇਰੀ ਉਮਰ ਏਡੀ ਲੰਬੀ ਹੈ ਵੀ ਇਹਨੂੰ ਗਿਣਿਆ ਨਹੀਂ ਜਾ ਸਕਦਾ, ਇਹਦਾ ਕੋਈ ਅੰਦਾਜ਼ਾ ਨਹੀਂ। ਦੋਹਰ ਜੋਗ ਸਹੰਸਰ ਬੀਤੈ ਜਵੈ, ਏਕ ਦਿਵਸ ਵਿਦੇ ਹੋਏ। ਭਾਈ ਮਰਦਾਨਾ ਜਿੱਦ ਕਰਕੇ ਕਹਿੰਦੇ ਨਹੀਂ ਜੀ, ਫਿਰ ਵੀ ਪਤਾ ਤੇ ਹੁੰਦਾ ਹੀ ਹੈ ਨਾ। ਹੁਣ ਪੁਰਾਣੇ ਬਜ਼ੁਰਗਾਂ ਨੂੰ ਪੁੱਛੋ ਬਾਪੂ ਜੀ ਉਮਰ ਕਿੰਨੀ ਹੈ? ਕਹਿੰਦੇ ਨਹੀਂ ਬਾਈ ਹੱਲਿਆਂ ਵੇਲੇ ਮੈਂ 4 ਸਾਲ ਦਾ ਸੀ। ਨਹੀਂ ਬਾਪੂ ਦੱਸੋ ਤੇ ਸਹੀ। ਫਿਰ ਅੰਦਾਜ਼ਾ ਜਿਹਾ ਲਾ ਕੇ ਕਹਿ ਦਿੰਦਾ ਵੀ ਜੀ ਉਦੋਂ 4 ਸਾਲ ਦਾ ਸੀ, ਕਿੰਨੇ ਸਾਲ ਹੋ ਗਏ? ਇੰਨੇ ਸਾਲ ਬਣ ਗਏ ਅੰਦਾਜ਼ਨ। ਕੋਈ ਕਹਿੰਦਾ ਮੈਂ ਫਲਾਣੇ ਵੇਲੇ ਜੰਮਿਆ ਸੀ ਜਦੋਂ ਆਹ ਕੁਛ ਹੋਇਆ ਸੀ, ਫਲਾਣਾ ਜ਼ਿਲ੍ਹਾ ਬਣਿਆ ਸੀ, ਉਹ ਹੋਇਆ। ਅੰਦਾਜ਼ਾ ਨਾ ਕੋਈ। ਭਾਈ ਮਰਦਾਨਾ ਕਹਿੰਦੇ ਕੋਈ ਅੰਦਾਜ਼ਾ? ਕਹਿੰਦੇ ਸੁਣੋ, ਦੁਨੀਆ ਦੇ ਵਿੱਚ 4 ਯੁੱਗ ਮੰਨੇ ਜਾਂਦੇ ਜਿਨ੍ਹਾਂ ਦੀ ਉਮਰ 43,20,000 ਸਾਲ, ਕਿਤੇ 42,000 ਸਾਲ ਲਿਖੀ ਹੈ, ਇੰਨੀ ਹੈ। ਉਹ ਕਹਿੰਦੇ ਮੇਰੇ ਹੁੰਦਿਆਂ ਪਤਾ ਨਹੀਂ ਕਿੰਨੇ ਕੁ ਯੁੱਗ ਬੀਤ ਗਏ, ਕਿੰਨੇ ਯੁੱਗ। ਉਹ ਕਿਵੇਂ? ਅੱਗੇ ਦੱਸਦੇ 1000 ਯੁੱਗ ਬੀਤੇ, 1000 ਯੁੱਗ 1000। ਕਹਿੰਦੇ ਬ੍ਰਹਮਾ ਉਹਦਾ ਇੱਕ ਦਿਨ ਬਣ ਜਾਂਦਾ ਹੈ, ਸਿਰਫ ਇੱਕ ਦਿਨ। ਕਿਹਦਾ? ਬ੍ਰਹਮੇ ਦਾ। ਸੁਣੀ ਚੱਲੋ, 1 ਯੁੱਗ ਨਹੀਂ, 2 ਯੁੱਗ ਨਹੀਂ, 3 ਯੁੱਗ ਨਹੀਂ, 4 ਨਹੀਂ, 500 ਨਹੀਂ, 700 ਨਹੀਂ, 800 ਨਹੀਂ, 1000 ਜਦੋਂ ਯੁੱਗ ਬਤੀਤ ਹੁੰਦੇ ਨੇ। ਇਹ ਕੇ ਸਮ ਪੁਨ ਰਹਿਣ ਹਵ, ਮਸ ਹੈ ਇਹ ਬਿਦ ਜੋਏ। ਕਹਿੰਦੇ ਹੁਣ ਬ੍ਰਹਮਾ ਦੀ 1000 ਯੁੱਗਾਂ ਦੇ ਉਹਨਾਂ ਦੇ 12 ਘੰਟੇ ਮੈਂ ਸ਼ਬਦ ਵਰਤਣ ਲੱਗਾ, ਕਿਉਂਕਿ 24 ਘੰਟਿਆਂ ਦਾ ਇੱਕ ਦਿਨ ਮੰਨਿਆ ਜਾਂਦਾ ਪਲੱਸ ਰਾਤ, ਵੈਸੇ ਦਿਨ 12 ਘੰਟੇ ਦਾ। ਕਹਿੰਦੇ ਬ੍ਰਹਮਾ ਦਾ ਦਿਨ 1000 ਯੁੱਗ ਦਾ ਬਣਦਾ ਹੈ, ਤੇ ਜਦ 2000 ਯੁੱਗ ਹੋ ਜਾਂਦੇ ਆ ਤੇ ਬ੍ਰਹਮਾ ਜੀ ਦੇ 24 ਘੰਟੇ ਮਤਲਬ ਦਿਨ ਅਤੇ ਰਾਤ ਬਣਦੀ ਹੈ। ਕਮਾਲ ਦਾ ਬੰਦਾ ਜੀ। ਇੱਥੇ ਹਜ਼ਾਰਾਂ ਵਾਰ ਲੱਖਾਂ ਵਾਰੀ ਲੋਕ ਜੰਮ ਮਰੀ ਜਾਂਦੇ, ਮਰ ਜੰਮੀ ਜਾਂਦੇ ਆ। ਉਹ ਭਾਈ ਸਾਹਿਬ ਦਾ ਇੱਕੋ ਹੀ ਦਿਨ ਬਣਿਆ ਸਤਿਨਾਮ। ਇੱਕ ਦਿਨ 2000 ਯੁੱਗਾਂ ਦਾ ਇੱਕ ਦਿਨ ਬਣਿਆ ਬ੍ਰਹਮੇ ਦਾ ਪਲੱਸ ਰਾਤ, ਉਹਨੂੰ ਇੱਕ ਦਿਨ ਕਹਿੰਦੇ ਆ। ਭਾਈ ਮਰਦਾਨਾ ਦੇਖੇ, ਕਹਿੰਦੇ ਹੈ ਇਹਦਾ ਮਤਲਬ ਬ੍ਰਹਮਾ ਏਡਾ ਵੱਡਾ। ਉਹ ਜੇ ਏਡਾ ਵੱਡਾ ਬਣਾਇਆ ਹੋਇਆ ਤਾਈਓ ਸ੍ਰਿਸ਼ਟੀ ਰਚਦਾ ਹੈ।
ਜੇ ਹੁੰਦਾ 70-72 ਵਾਲਾ ਇੱਥੇ ਬਣਾ ਕੇ ਉਹਨੇ ਬੁੜਕ ਜਾਣਾ ਸੀ, ਦੂਜੇ ਬ੍ਰਹਮੇ ਨੇ ਲੜ ਪੈਣਾ ਸੀ, ਉਹ ਆਹ ਬੰਦਾ ਤੇ ਮੈਂ ਮੈਨੂਫੈਕਚਰ ਹੀ ਨਹੀਂ ਕਰਿਆ ਸਤਿਨਾਮ। ਇਹਦਾ ਹਿਸਾਬ ਕਿਤਾਬ ਵਾਲਾ ਤੇ ਮਰ ਗਿਆ। 84 ਲੱਖ ਜੂਨ ਲੱਖਾਂ ਸਾਲਾਂ ਦੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਕਾਗ ਬਸੌਂਡਾ ਆਖਦੇ ਆ, ਸਤਿਗੁਰੂ ਦੁਨੀਆ ਦੇ ਵਿੱਚ ਸ਼ਾਸਤਰਾਂ ਦੇ ਵਿੱਚ ਬ੍ਰਹਮਾ ਵੱਡਾ ਮੰਨਿਆ ਜਾਂਦਾ ਹੈ, ਵੀ ਜਿਹਨੇ ਦੁਨੀਆ ਬਣਾਈ ਹੈ ਤੇ ਰੱਬ ਦੀ ਇੱਕ ਖੇਡ ਹੈ, ਸ਼ਕਤੀ ਹੈ ਨਾ ਬ੍ਰਹਮਾ, ਰੱਬ ਤੋਂ ਬਾਹਰ ਤੇ ਹੈ ਨਹੀਂ। ਰੱਬ ਦੀ ਗੱਲ ਨਹੀਂ ਮੈਂ ਕਰਦਾ, ਸਿਰਫ ਬ੍ਰਹਮੇ ਦੀ ਕਰਦਾ। ਰੱਬ ਦਾ ਤੁਸੀਂ ਕੀ ਅੰਤ ਜਾਣ ਸਕਦੇ? ਕਹਿੰਦੇ ਬ੍ਰਹਮਾ ਜੀ 2000 ਯੁੱਗਾਂ ਦਾ ਇੱਕ ਦਿਨ ਆ ਉਹਨਾਂ ਦਾ, ਤੇ 1000 ਯੁੱਗ ਦਾ ਸਿਰਫ ਦਿਨ ਹੈ ਤੇ 1000 ਯੁੱਗ ਦੀ ਰਾਤ ਹੈ। ਹੁਣ ਜਿਹਦੀਆਂ ਰਾਤਾਂ ਤੇ ਦਿਨ ਐਡੇ ਵੱਡੇ, ਉਹਦੇ ਸਾਲ ਕਿੰਨੇ ਵੱਡੇ ਹੋਣਗੇ, ਉਹਦੀ ਉਮਰ ਕਿੰਨੀ ਵੱਡੀ ਹੋਣੀ, ਕਿਉਂਕਿ ਬ੍ਰਹਮਾ ਜੀ 100 ਸਾਲ ਦੇ ਹੋ ਕੇ ਮਰਦੇ, ਸਾਡੇ ਵਾਲੇ 100 ਨਹੀਂ। ਜਿਹਦਾ ਦਿਨ 1000 ਯੁੱਗ ਦਾ ਬਣਦਾ ਹੈ, 1000 ਮੈਂ ਕਹਿੰਦਾ ਜੀ ਅਨਲਿਮਟਡ ਹੀ ਕੰਮ ਹੈ, ਉਹਦਾ ਸਾਲ 365 ਦਿਨਾਂ ਦਾ ਕਿੱਡਾ ਹੋਊਗਾ। ਤੇ ਹੁਣ 365 ਦਿਨਾਂ ਦਾ ਸਾਲ ਮੰਨਦੇ ਆ ਆਪਾਂ, ਤੇ ਜੇ ਉਹ 100 ਸਾਲ ਦਾ ਹੋਇਆ ਕਿੱਥੇ ਗਿਆ? ਅਰਬਾਂ ਖਰਬਾਂ ਤੋਂ ਗੱਲ ਬਾਹਰ ਜਾ ਰਹੀ ਹੈ ਵੀ ਇੰਨੇ ਯੁੱਗਾਂ ਦਾ ਉਹਦਾ ਦਿਨ ਬਣਦਾ ਏ। ਚੌਪਈ ਇਸ ਪ੍ਰਕਾਰ ਕੀ ਸਹਿਸ ਬਰਖ ਜਬ ਬੀਤੇ ਬੈਸ ਵਿਧਾਤੇ ਕੀ ਤਬ। ਹੁਣ ਆਪਾਂ ਤੇ ਉਮਰ ਮੰਨਦੇ ਆ 100 ਸਾਲ ਦੀ, ਅੰਦਾਜ਼ੇ ਨੇ ਇੱਕ ਗੱਲ ਕੀਤੀ ਬ੍ਰਹਮੇ ਦੀ ਉਮਰ 100 ਮੰਨ ਲਓ, ਕਹਿੰਦੇ ਨਹੀਂ ਬ੍ਰਹਮਾ ਜੀ ਦੀ ਉਮਰ 1000 ਸਾਲ ਹੈ। ਜਿਸ ਮੈਂ ਬੰਦਾ ਸ਼ਬਦ ਵਰਤਣ ਲੱਗਾ, ਜਿਸ ਬੰਦੇ ਦਾ 1000 ਯੁੱਗ ਦਾ ਦਿਨ ਤੇ 1000 ਯੁੱਗ ਦੀ ਰਾਤ ਹੈ, ਉਹਦੀ ਉਮਰ ਹੀ 1000 ਸਾਲ ਦੀ ਹੈ। 1000 ਉਸ ਵੇਲੇ ਕੋਈ ਗਿਣਤੀ ਨਹੀਂ ਆ ਸਕਦੀ। ਕਹਿੰਦੀ ਜੀ ਇੰਨੇ ਯੁੱਗ ਜਦੋਂ ਬੀਤ ਜਾਂਦੇ ਆ, ਬ੍ਰਹਮੇ ਦਾ ਦਿਨ ਰਾਤ ਬਣਦਾ, ਫਿਰ ਉਹਦਾ ਸਾਲ ਬਣਦਾ, ਕਹਿੰਦੇ ਏਦਾਂ ਦੇ ਸਾਲ 1000 ਚਾਹੀਦੇ ਆ ਤਾਂ ਇੱਕ ਬ੍ਰਹਮਾ ਆਪਣੀ ਉਮਰ ਭੋਗਦਾ ਏ। ਮੁਝ ਦੇਖਤ ਕੀਤੇ ਬਿਦ ਮਰੇ ਕਈ ਵਾਰ ਜਗ ਪੱਲੇ ਕਰੇ। ਹੱਸ ਕੇ ਆਖਣ ਲੱਗੇ, ਕਹਿੰਦੇ ਮਰਦਾਨਿਆ ਤੂੰ ਮੈਨੂੰ ਪੁੱਛਿਆ ਮੇਰੀ ਉਮਰ? ਉਹ ਕਹਿੰਦੇ ਮੇਰੇ ਹੁੰਦਿਆਂ ਕਈ ਬ੍ਰਹਮੇ ਜੰਮੇ, ਕਈ ਬਚਪਨ 'ਚ ਸੀ, ਫਿਰ ਉਹ ਜਵਾਨ ਹੋਏ, ਬੁੱਢੇ ਹੋਏ, ਮੇਰੀਆਂ ਅੱਖਾਂ ਸਾਹਮਣੇ ਬ੍ਰਹਮਾ ਮਰੇ। 1000 ਸਾਲ ਦੀ ਉਮਰ ਜਦੋਂ ਬ੍ਰਹਮੇ ਦੀ ਹੁੰਦੀ ਆ ਨਾ, ਜਿਹਦਾ 24 ਘੰਟੇ 2000 ਯੁੱਗਾਂ ਦਾ ਬਣਦਾ ਹੈ, ਕਹਿੰਦੇ ਐਦਾਂ ਦੇ ਕਿੰਨੇ ਮਰ ਗਏ, ਕਿੰਨੇ ਜੰਮ ਗਏ, ਮੈਂ ਬੈਠਾ ਉਹ ਬੁੜਕ ਗਏ ਸਾਰੇ, ਅਜੇ ਵੀ ਬੈਠਾ ਮੈਂ। ਭਾਈ ਮਰਦਾਨਾ ਵੇਖੇ ਦੇ ਆਲੇ ਦੁਆਲੇ ਸਾਰੇ ਦੇਖਣ ਦੇ ਹੈ ਇਹ ਵੀ ਹੁੰਦਾ ਹੈ, ਕਹਿੰਦੇ ਬਿਲਕੁਲ ਸੱਚ ਹੈ। ਕਿੰਨੀ ਵਾਰ ਜੱਗ ਤੇ ਪਰਲੋ ਆਈ ਹੈ, ਜਦੋਂ ਇੱਕ ਬ੍ਰਹਮਾ ਆਪਣੀ ਡਿਊਟੀ ਭੁਗਤਾ ਕੇ ਉਮਰ ਤੋਂ ਜਾਂਦਾ ਨਾ, ਸ੍ਰਿਸ਼ਟੀ ਖਤਮ ਹੋ ਜਾਂਦੀ ਹੈ, ਨਵਾਂ ਬ੍ਰਹਮਾ ਉਪਜਦਾ ਹੈ, ਸ੍ਰਿਸ਼ਟੀ ਦੁਬਾਰਾ ਬਣਾਉਂਦਾ ਹੈ, ਉਹਦੀ ਰਚਨਾ ਚੱਲਦੀ ਹੈ। ਇਹਨੂੰ ਸਾਇੰਸ ਵੀ ਮੰਨ ਰਹੀ ਹੈ ਵੀ ਇੰਨੇ 100 ਕਰੋੜ ਸਾਲ ਪਹਿਲਾਂ, ਇੰਨੇ 100 ਕਰੋੜ ਸੂਰਜ ਹੋਂਦ ਵਿੱਚ ਆਇਆ, ਧਰਤੀ ਹੋਂਦ ਵਿੱਚ ਆਈ, ਅਵਸ਼ੇਸ਼ ਬ੍ਰਹਿਮੰਡ 'ਚੋਂ ਮਿਲ ਰਹੇ ਆ, ਧਰਤੀ ਤੋਂ ਮਿਲਦੇ ਆ ਨਾ। ਅੰਦਾਜ਼ਨ ਮਸ਼ੀਨਾਂ ਉਮਰ ਦੱਸ ਰਹੀਆਂ ਨੇ ਲੈਬ ਵੀ ਇੰਨੇ ਕਰੋੜ ਸਾਲ ਪਹਿਲਾਂ, 10,000 ਕਰੋੜ ਸਾਲ ਪਹਿਲਾਂ ਸੂਰਜ ਬਣਿਆ, ਗਿਣਤੀ ਹੈ ਨਾ, ਅੰਦਾਜ਼ਾ। ਕਹਿੰਦੇ ਇੱਕ ਬ੍ਰਹਮਾ ਜਦ ਜੰਮਦਾ ਹੈ ਉਦੋਂ ਸ੍ਰਿਸ਼ਟੀ ਲੈ ਕੇ ਆਉਂਦਾ ਨਾਲ, ਜਦ ਉਹ ਮਰ ਜਾਂਦਾ ਹੈ ਸ੍ਰਿਸ਼ਟੀ ਖਤਮ ਹੋ ਜਾਂਦੀ, ਉਦੋਂ ਜਲ ਪਰਲੇ ਕਹਿ ਲਓ, ਭੁਚਾਲ ਆ ਜਾਂਦੇ ਆ, ਧਰਤੀ ਅਸਤ ਵਿਅਸਤ ਹੋ ਜਾਂਦੀ ਹੈ, ਅੱਗ ਨਾਲ ਸੜ ਮਚ ਜਾਂਦੀ ਹੈ, ਕੁਛ ਨਹੀਂ ਰਹਿੰਦਾ, ਉਹਨੂੰ ਕਹਿੰਦੇ ਪਰਲੋ। ਕਹਿੰਦੇ ਮੇਰੇ ਹੁੰਦਿਆਂ ਕਈ ਵਾਰ ਧਰਤੀ ਸੜੀ, ਕਈ ਵਾਰ ਧਰਤੀ ਬਣੀ। ਲੈ ਹੁਣ ਸਵਾਲ ਆ ਗਿਆ ਵੀ ਬਾਬਾ ਜੇ ਤੇਰੇ ਹੁੰਦਿਆਂ ਧਰਤੀ ਸੜਦੀ ਬਣਦੀ ਰਹੀ, ਤੂੰ ਕਿੱਥੇ ਲੁਕਦਾ ਰਿਹਾ? ਸਤਿਨਾਮ, ਤੂੰ ਕਿੱਥੇ ਸੀ ਜਦੋਂ ਧਰਤੀ ਉਹ ਖਤਮ ਹੋ ਗਈ? ਬਾਬਾ ਤੂੰ ਕਿੱਥੇ ਹੋਏਗਾ? ਉਹ ਹੁੰਦਾ ਸੀ ਅੰਤਰ ਧਿਆਨ, ਜਿਹਨੂੰ ਸਤਿਗੁਰ ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ। ਇਹ ਬੜੀਆਂ ਗਹਿਰੀਆਂ ਗੱਲਾਂ ਨੇ। ਆਹ ਸਾਖੀ ਮੈਂ ਇਦਾਂ ਲੰਘਾ ਕੇ ਲੰਘ ਜਾਣਾ, 1 ਮਿੰਟ ਲੱਗਣਾ ਹੈ ਵੀ ਬ੍ਰਹਮਾ ਇੰਨੇ ਸਾਲ ਦਾ ਹੋਇਆ, ਠੀਕ ਹੈ, ਤੁਹਾਨੂੰ ਕੀ ਸਮਝ ਆਈ ਹੈ? ਤੁਹਾਡੇ ਕੱਖ ਨਹੀਂ ਪੱਲੇ ਪੈਣਾ, ਨਾ ਮੇਰੇ ਪੈਣਾ। ਗੱਲ ਖੋਲ ਕੇ ਗੱਲ ਕਰਦੀ ਹੈ। ਐਸੇ ਬ੍ਰਹਮੇ ਕਿੰਨੇ ਹੋਏ, ਕਿੰਨੇ ਜੰਮੇ ਤੇ ਕਿੰਨੇ ਮਰੇ। ਕਹਿੰਦੇ ਮੈਂ ਆਪਣੀ ਅੱਖੀ ਵੇਖਿਆ, ਪਰ ਸਾਰੇ ਬ੍ਰਹਮਾ ਰੱਬ ਰੱਬ ਕਰਦੇ ਰਹੇ, ਕਿਸੇ ਨੇ ਰੱਬ ਦਾ ਅੰਤ ਨਹੀਂ ਜਾਣਿਆ। ਪੁਨ ਬਿਦ ਜਨਮ ਜਗਤ ਉਪਜਾਵੇ,
ਜੜ ਜੰਗਮ ਸੁਰ ਸੁਰ ਬਣਾਵੇ। ਜਦੋਂ ਕੋਈ ਬ੍ਰਹਮਾ ਜੰਮਦਾ ਏ ਕਹਿੰਦੇ ਉਹ ਜੜ ਜੰਗਮ ਸੁਰਿਆ ਸੁਰ ਦੇਵੀ ਦੇਵਤੇ ਮਨੁੱਖ ਰਾਖਸ਼ ਸਭ ਕੁਝ ਬਣਾਉਂਦਾ ਏ। ਸਮੁੰਦਰ ਪਾਣੀ ਧਰਤੀ ਸਭ ਬਣਾ ਲੈਂਦੇ। ਹੁਣ ਬ੍ਰਹਮਾ ਕੋਈ ਦੇਵਤਾ ਥੋੜੀ ਹੈ, ਉਹ ਅਲੱਗ ਗੱਲ ਆ। ਲੋਕਾਂ ਦੇਵਤਾ ਕਰਕੇ ਮੰਨਿਆ, ਚੰਗੀ ਗੱਲ ਹੈ, ਮੰਨਣਾ ਚਾਹੀਦਾ, ਕਿਉਂਕਿ ਉਹ ਰੱਬ ਦੀ ਇੱਕ ਸ਼ਕਤੀ ਹੈ। ਸ਼ਿਵ ਕੋਈ ਦੇਵਤਾ ਨਹੀਂ, ਉਹ ਰੱਬ ਦੀ ਇੱਕ ਸ਼ਕਤੀ ਹੈ। ਦੱਸੋ ਕਿਹੜਾ ਮਿਲਿਆ ਜੀ? ਮਿਲਿਆ ਕੋਈ ਪੰਡਤ ਸ਼ਿਵ ਨੂੰ ਅੱਜ ਤੱਕ? ਕਿਸੇ ਦੇ ਘਰੇ ਆਇਆ ਹੋਵੇ ਉਹ ਅਲੱਗ ਗੱਲ ਆ। ਕੋਈ ਵਾਲ ਖਲਾ ਗਿਆ ਕਿ ਮੈਂ ਸ਼ਿਵ ਜੀ ਆ ਗਿਆ ਬਣਾ ਹੋ ਗਿਆ, ਉਹਦਾ ਪਖੰਡ ਹੈ। ਜਿਨ੍ਹਾਂ ਦੀਆਂ ਕਰੋੜਾਂ ਸਾਲਾਂ ਅਰਬਾਂ ਸਾਲਾਂ ਦੀਆਂ ਉਮਰਾਂ ਨੇ, ਬੜੀ ਵਾਰ ਦੁਨੀਆ ਜਿੰਨਾ ਪੈਦਾ ਕੀਤੀ ਖਤਮ ਕੀਤੀ, ਉਹ ਕਿਸੇ ਛੋਟੇ ਜਿਹੇ ਧਰਮ ਥਾਂ ਤੇ ਬਹਿ ਜਾਊਗਾ? ਕਿੱਡੀ ਸ਼ਕਤੀ ਹੋਊਗੀ? ਬੰਦੇ ਦੀ ਸੋਚ ਤੋਂ ਪਰੇ ਤੋਂ ਪਰੇ, ਪਰੇ ਤੋਂ ਪਰੇ ਹੈ। ਕਹਿੰਦੇ ਕਈ ਬ੍ਰਹਮੇ ਇਹੋ ਜਿਹੇ ਜੰਮੇ ਤੇ ਕਈ ਮਰੇ, ਤੇ ਮੇਰੀ ਉਮਰ ਕੀ ਹੋਊਗੀ? ਚਿਰੰਜੀਵੀ, ਇਹਨੂੰ ਕਹਿੰਦੇ ਚਿਰੰਜੀਵੀ, ਲੰਮੇ ਸਮੇਂ ਤੋਂ ਜੋ ਉਮਰਾਂ ਦਾ ਮੁਤਾਜ ਨਹੀਂ ਹੈ। ਕਹਿੰਦੇ ਮੈਂ ਉਹ ਹਾਂ। ਮੈਨੂੰ ਕਾਗ ਬਸੁੰਡ ਕਹਿੰਦੇ ਆ। ਜਿੰਨੇ ਬ੍ਰਹਮੇ ਆਉਂਦੇ ਸੀ ਮੈਨੂੰ ਨਮਸਕਾਰ ਕਰਦੇ ਸੀ ਵੀ ਬਾਬਾ ਤੇਰੇ ਹੁੰਦਿਆਂ ਅਸੀਂ ਬੱਚਿਆਂ ਵਾਂਗੂ ਜੰਮੇ ਤੇ ਮਰ ਜਾਣਾ ਹੈ। ਉਹੋ ਜਿਹੀ ਪਿਆ। ਕਈ ਬਜ਼ੁਰਗ ਇਹੋ ਜਿਹੇ ਹੁੰਦੇ ਆ ਜੀ ਪਿੰਡਾਂ ਸ਼ਹਿਰਾਂ 'ਚ, ਉਹ 80 90 100 ਤੋਂ ਉੱਪਰ ਟੱਪ ਜਾਂਦੇ। ਉਹਨਾਂ ਦੇ ਨਾਲ ਨੂੰ ਕਿੰਨੇ ਆਏ ਕਿੰਨੇ ਲੰਘ ਜਾਂਦੇ। ਕਹਿੰਦੇ ਯਾਰ ਉਹ ਫਲਾਣਾ ਇੱਥੇ ਤੁਹਾਨੂੰ ਪਤਾ ਜਿਹਨੂੰ ਬਾਬਾ ਬੁੜ ਕਹਿੰਦੇ ਆ, ਜਾਣਦੇ ਹੋ ਨਾ? ਹਜੇ ਤੱਕ ਨਹੀਂ ਬੁੜ ਗਿਆ। ਲੋਕੀ ਉਹਦੇ ਨਾਲ ਨੂੰ ਕਿੰਨੇ ਲੰਘ ਲਿਆ। ਇਹ ਚੱਲਦਾ ਸਮਾਜ 'ਚ। ਜਾ ਬਹੁਤਾ ਧਰਮੀ ਬੰਦਾ ਲੰਮੀ ਉਮਰ ਭੋਗਦਾ, ਤੇ ਜਾ ਸਿਰੇ ਦਾ ਘਟੀਆ ਇਨਸਾਨ ਜਿਹੜਾ ਮਾੜਾ ਹੋ ਪਾਪੀ, ਲੋਕੀ ਕਹਿੰਦੇ ਮਰਦਾ ਕਿਉਂ ਨਹੀਂ, ਉਹ ਵੀ ਲੰਮੀ ਉਮਰ ਭੋਗਦਾ। ਭਾਈ ਮਰਦਾਨਾ ਜੀ ਦੇ ਅੱਖਾਂ 'ਚੋਂ ਹੰਝੂ ਆ ਗਏ ਵੀ ਮੈਂ ਕਿਹਨੂੰ ਵੇਖ ਰਿਹਾ? ਕਿਉਂਕਿ ਉਹਨਾਂ ਦਾ ਸਵਾਲ ਸੀ ਨਾ ਗੁਰੂ ਸਾਹਿਬ ਨੂੰ, ਮਹਾਰਾਜ ਮੈਨੂੰ ਕੋਈ ਐਸਾ ਰੱਬ ਦਾ ਪਿਆਰਾ ਮਿਲਾਓ ਜੋ ਮਰੇ ਹੀ ਨਾ ਹੋਵੇ ਕਦੇ। ਜਨਮ ਜ਼ਰੂਰ ਲਿਆ ਪਰ ਕਦੇ ਮੌਤ ਨਾ ਆਈ ਹੋਵੇ। ਨਾਨਾ ਬਿਦ ਕੀ ਰਚਨ ਰਚਾਏ, ਐਸੇ ਬਿਦ ਬਿਨ ਸੇ ਉਪਜਾਏ। ਇਹੋ ਜਿਹੇ ਬ੍ਰਹਮੇ ਕਿੰਨੇ ਆਏ ਕਿੰਨੇ ਚਲੇ ਗਏ। ਕਿੰਨੀ ਵਾਰ ਕੁਦਰਤ ਸਾਜੀ, ਕਿੰਨੀ ਵਾਰ ਦੁਨੀਆ ਬਣਾਈ, ਕਿਉਂਕਿ ਕੁਦਰਤ ਨੂੰ ਸਾਜਣ ਵਾਲਾ ਆਪ ਹੈ, ਕੋਈ ਹੋਰ ਨਹੀਂ। ਇੱਥੇ ਕਈ ਕਹਿੰਦੇ ਕੁਦਰਤ ਰੱਬ ਹੈ, ਮਹਾਰਾਜ ਕਹਿੰਦੇ ਦੂਈ ਕੁਦਰਤ ਸਾਜੀ ਹੈ। ਕਰ ਆਸਣ ਡਿੱਠੋ ਚਾਓ, ਕਹਿੰਦੇ ਉਹ ਪਹਿਲਾ ਏ ਜਿਹੜਾ ਆਸਣ ਲਾ ਕੇ ਚਾਅ ਨਾਲ ਡਿੱਠੋ ਦੇਖਦਾ ਏ, ਜਿਹਨੇ ਕੁਦਰਤ ਬਣਾਈ ਦੂਜੀ। ਆਪ ਕੌਣ ਹੈ? ਇੱਕ ਓੰਕਾਰ, ਜਿਹਨੂੰ ਇੱਕ ਨਿਰੰਕਾਰ ਕਹਿੰਦੇ ਨੇ। ਹਮਰੇ ਦੇਖਤ ਕੀਤੇ ਗਏ, ਬੋਹਰ ਬੋਹਰ ਜਗ ਉਪਜਤ ਭਏ। ਕਹਿੰਦੇ ਸਾਡੇ ਹੁੰਦਿਆਂ ਕਿੰਨੀ ਵਾਰ ਦੁਨੀਆ ਮਲਿਆ ਮੇਟ ਹੋਈ, ਕਿੰਨੀ ਵਾਰ ਸੰਸਾਰ ਬਣਿਆ। ਮਰਦਾਨਿਆ ਇਸ ਕਰਕੇ ਮੈਂ ਤੈਨੂੰ ਆਪਣੀ ਉਮਰ ਨਹੀਂ ਦੱਸ ਸਕਦਾ, ਨਹੀਂ ਦੱਸ ਸਕਦਾ। ਇੱਥੇ ਤੇ ਬੜੇ ਹੋਏ ਕੌਣ ਨੇ? ਕਿੰਨੇ ਕੁ ਨੇ? ਮਰਦ ਨੂੰ ਪੁੱਛੋ, ਸਤਿਗੁਰ ਕਹਿੰਦੇ ਕਰੋੜਾਂ ਹੀ ਨੇ ਭਾਈ। ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਬ ਸੱਸ ਕਰੋੜ ਜਲੇਸ਼। ਰਬ ਸੂਰਜ, ਸੱਸ ਚੰਦਰਮਾ, ਜਲੇਸ਼ ਜਲ ਦੇਵਤਾ। ਕਹਿੰਦੇ ਇਹ ਕਰੋੜਾਂ ਨੇ, ਇੱਕ ਨਹੀਂ ਹੈ, ਇੱਕ ਸੂਰਜ ਨਹੀਂ, ਕਰੋੜਾਂ ਸੂਰਜ ਨੇ। ਅੱਜ ਦਾ ਵਿਗਿਆਨ, ਅੱਜ ਦੀ ਸਾਇੰਸ ਮੰਨਦੀ ਸੂਰਜ ਕਰੋੜਾਂ ਨੇ, ਚੰਦਰਮਾ ਕਰੋੜਾਂ ਨੇ। ਇੱਕ ਇੱਕ ਗ੍ਰਹਿ ਦੇ 2 2 3 3 ਚੰਦਰਮਾ, ਜਿਵੇਂ ਸੈਟਰਨ ਦੇ ਆਪਣੇ 2 ਤੋਂ 3 ਚੰਦ ਨੇ। ਸਾਡੀ ਧਰਤੀ ਦਾ ਸਿਰਫ ਇੱਕੋ ਹੀ ਹੈ। ਕੋਈ ਅੰਤ ਹੈ ਕੁਦਰਤ ਦਾ? ਕਿਸੇ ਬ੍ਰਹਿਮੰਡ ਦਾ ਅੰਤ ਹੈ? ਇੱਕ ਬ੍ਰਹਿਮੰਡ ਨਹੀਂ। ਰੱਬ ਦੀ ਨਜ਼ਰ ਦੇ ਸਾਹਮਣੇ ਆ ਜਿਹੜੇ ਸਾਡੇ ਬ੍ਰਹਿਮੰਡ ਨੇ, ਸੂਈ ਦੇ ਨੱਕੇ ਜਿੰਨੇ ਨੇ। ਜਿਹਨੂੰ ਅਸੀਂ ਬ੍ਰਹਿਮੰਡ ਮੰਨਦੇ ਆ, ਸੰਸਾਰ ਮੰਨਦੇ ਆ, ਉਹ ਤੇ ਅਰਬਾਂ ਖਰਬਾਂ ਕਰੋੜਾਂ 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 ਦਾ ਮਾਲਕ ਹੈ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠ ਕੇ ਕਹਿੰਦਾ, ਪਾਤਸ਼ਾਹ ਤੁਸੀਂ ਉਹ ਜਿਨ੍ਹਾਂ ਨੇ ਬ੍ਰਹਮਾ ਵਿਸ਼ਨ ਮਹੇਸ਼ ਆਪਣੇ ਹੱਥੀ ਸਾਜੇ ਨੇ। ਬੈਠ ਇਹ ਮੈਂ ਹਰ ਗੁਣ ਗਾਵੋ, ਧਿਆਨ ਧਰੋ ਔਰ ਬੋ ਸੁਖ ਪਾਵੋ। ਬਸ ਇੱਥੇ ਬਹਿ ਕੇ ਮੈਂ ਸਤਸੰਗ ਕਰਦਾ, ਰੱਬ ਦਾ ਧਿਆਨ ਰੱਖਦਾ। ਧਿਆਨ ਰੱਖਣਾ ਮਤਲਬ ਉਹਨੂੰ ਚੇਤੇ ਕਰਦਾ। ਕਹਿੰਦੇ ਮੈਨੂੰ ਜਗ ਦੀ ਪਰਵਾਹ ਕੋਈ, ਦੁਨੀਆ ਮਰੇ ਦੁਨੀਆ ਜੀਵੇ, ਇੱਕ ਅਖਾਣ ਆਉਂਦਾ ਨਾ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀ। ਮਤਲਬ ਹੀ ਨਹੀਂ ਕਿਸੇ ਦਾ। ਮਰਦਾ ਮਰੀ ਜਾਵੇ, ਸਾਨੂੰ ਕੀ, ਸਭ ਨੇ ਮਰਨਾ ਹੈ। ਜੇ ਕੋਈ ਜੰਮਿਆ ਤੇ ਮੁਬਾਰਕ ਨਹੀਂ, ਮਰਿਆ ਤੇ ਗਮ ਨਹੀਂ, ਬੇਪਰਵਾਹੀ। ਜਦੋਂ ਇਹ ਬਚਨ ਸੁਣੇ ਨੇ ਫਿਰ ਭਾਈ ਮਰਦਾਨਾ ਜੀ ਦੇ ਮਨ 'ਚ ਨਾ ਕਈ ਖਿਆਲ ਆਏ ਵੀ ਜਿਨ੍ਹਾਂ ਦੀ ਐਡੀ ਲੰਮੀ ਉਮਰ ਹੈ, ਇਹਨਾਂ ਤੋਂ ਕੋਈ ਤਜਰਬਾ ਹੀ ਸਿੱਖ ਲਈਏ। ਸੁਭਾਵਿਕ ਗੱਲ ਹੁੰਦੀ ਹੈ ਜੀ।
ਕੋਈ ਬਜ਼ੁਰਗ ਸਾਨੂੰ 90 95 ਸਾਲਾਂ ਦਾ ਮਿਲੇ, 110 ਸਾਲਾਂ ਦਾ ਮਿਲੇ, ਸੱਚੀ ਸਾਡੇ ਅੰਦਰ ਇੰਟਰਸਟ ਹੁੰਦਾ ਹੈ ਵੀ ਇਸ ਰੱਬ ਦੇ ਪਿਆਰੇ ਨੂੰ ਮੈਂ ਪੁੱਛਾਂ ਤੇ ਸਹੀ, ਬਾਬਾ ਤੂੰ ਜ਼ਿੰਦਗੀ 'ਚ ਕੀ ਵੇਖਿਆ ਹੈ? ਤੁਹਾਡਾ ਵੇਲਾ ਕਿਹੋ ਜਿਹਾ ਹੁੰਦਾ ਸੀ? ਤੁਸੀਂ ਉਦੋਂ ਕੀ ਕਰਦੇ ਸੀ? ਤੁਹਾਡਾ ਬਚਪਨਾ ਕਿਹੋ ਜਿਹਾ ਸੀ? ਜਵਾਨੀ ਕਿਹੋ ਜਿਹੀ ਸੀ? ਤੁਹਾਡੇ ਵੇਲੇ ਲੋਕ ਕਿਹੋ ਜਿਹੇ ਸੀ? ਸੁਭਾਅ ਕਿਹੋ ਜਿਹੇ ਸੀ? ਇੰਟਰਸਟ ਹੁੰਦਾ ਨਾ। ਤੇ ਭਾਈ ਮਰਦਾਨਾ ਕਹਿੰਦੇ ਬਾਬਾ ਜੀ ਮੈਂ ਪੁੱਛ ਸਕਦਾ? ਸਤਿਗੁਰ ਕਹਿੰਦੇ ਪੁੱਛ ਲੈ, ਤੈਨੂੰ ਤਾਂ ਬਿਠਾਇਆ ਕੋਲੇ, ਇਹਨੂੰ ਪੁੱਛ ਇਹਨੇ ਜ਼ਿੰਦਗੀ 'ਚ ਕੀ ਕੀਤਾ। ਹੁਣ ਜਿਹਦੀ ਜ਼ਿੰਦਗੀ ਪਹਾੜ ਪੂੜ ਤੇ ਕੁਛ ਬ੍ਰਹਿਮੰਡ ਤੋਂ ਵੱਡੀ ਹੈ, ਉਹ ਕੀ ਕੁਛ ਜਾਣਦਾ ਹੋ? ਜਿਹਨੇ ਬ੍ਰਹਮਾ ਮਰਦੇ ਜੰਮਦੇ ਵੇਖੇ ਆ, ਉਹਦੀ ਕੀ ਬਾਤ ਹੋਏਗੀ। ਜਿਵੇਂ ਜਿਵੇਂ ਪਾਤਸ਼ਾਹ ਕਿਰਪਾ ਕਰਨਗੇ ਜੀ, ਆਉਣ ਵਾਲੇ ਦਿਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।